ਸਤਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਪ੍ਰੀਤ ਪਕਵਾਨ ਸੋ ਭੋਜਨ ਕਹੀਐ, ਲੋਚੀ ਲੋਚਾ ਪੂਰੀ। ਮਿਥਿਆਈ ਮੁਖ ਹਰ ਹਰ ਬੋਲੇ, ਆਨੰਦ ਰਹਿ ਹਜ਼ੂਰੀ। ਸੁਣ ਸਾਰਸ ਤੂੰ ਭਾਈ ਮੇਰੇ, ਸਮਝ ਪਈ ਤਾਂ ਹੋਏ ਨਬੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਸਨਮਾਨਯੋਗ ਸਾਧ ਸੰਗਤ ਜੀਓ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਅੰਤਰਜਾਮੀ ਸਤਿਗੁਰੂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਮਹਾਨ ਰਹਿਮਤ ਵਰ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਤਿਗੁਰੂ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਰਲ ਮਿਲ ਕੇ ਸੰਗਤ ਰੂਪ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸੰਧਿਆ ਦੇ ਸਜੇ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੇ ਚੱਲ ਰਹੇ ਇਤਿਹਾਸ ਦੀ ਲੜੀਵਾਰ ਕਥਾ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਆਪਾਂ ਨੂੰ ਸਤਸੰਗ ਦਾ ਸੁਭਾਗਾ ਸਮਾਂ ਬਖਸ਼ਿਆ। ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਨ ਹਿੱਤ ਗੁਰੂ ਚਰਨਾਂ ਵਿੱਚ ਇਕਾਗਰਤਾ ਦੇ ਸਹਿਤ ਜੁੜ ਕੇ ਬੈਠੀਏ, ਤਾਂ ਕਿ ਗੁਰੂ ਕੇ ਸ਼ਬਦ ਦੀ ਵਿਚਾਰ, ਗੁਰੂ ਕੇ ਜੀਵਨ ਦੀ ਕਥਾ ਦਾ ਕੋਈ ਕਿਣਕਾ ਸਾਡੇ ਕਲਯੁਗੀ ਜੀਵਾਂ ਦੇ ਹਿਰਦੇ ਵਿੱਚ ਵਸ ਜਾਵੇ, ਜਿਸ ਨਾਲ ਸਾਡਾ ਉਧਾਰ ਹੋਵੇ, ਗੁਰੂ ਦੀਆਂ ਖੁਸ਼ੀਆਂ ਦੇ ਅਸੀਂ ਪਾਤਰ ਬਣ ਸਕੀਏ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨਾਨਕ ਨਾਮ ਰਖਾ ਕੇ ਇਸ ਦੁਨੀਆ ਦੇ ਵਿੱਚ ਪ੍ਰਗਟ ਹੋਏ ਹਨ। ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਦੇ ਘਰ ਰਾਏ ਭੋਏ ਦੀ ਤਲਵੰਡੀ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਧਰਤੀ ਨੂੰ ਸੁਹਾਵਣੀ ਕਰਕੇ ਬਾਲ ਕੌਤਕ ਕੀਤੇ ਹਨ। ਉਪਰੰਤ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਮੋਦੀਖਾਨਾ ਚਲਾਇਆ ਹੈ। ਗਰੀਬਾਂ, ਅਨਾਥਾਂ, ਲੋੜਵੰਦਾਂ ਨੂੰ ਖੁੱਲ੍ਹ ਕੇ ਦਾਨ ਕੀਤਾ ਹੈ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਵਿਵਾਹ ਬੀਬੀ ਸੁਲੱਖਣੀ ਜੀ ਬਟਾਲਾ ਨਿਵਾਸੀ ਉਹਨਾਂ ਦੇ ਨਾਲ ਹੋਇਆ। ਘਰ ਦੇ ਵਿੱਚ ਦੋ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਪੈਦਾ ਹੋਏ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦਿਨ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਗਏ। ਚੁੱਭੀ ਮਾਰੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਹਾਜ਼ਰ ਹੋਏ। ਅਕਾਲ ਪੁਰਖ ਵਾਹਿਗੁਰੂ ਵੱਲੋਂ ਧੁਰ ਦਰਗਾਹ ਤੋਂ ਲੱਗੀਆਂ ਹੋਈਆਂ ਡਿਊਟੀਆਂ ਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਬਾਹਰ ਆਏ, ਪ੍ਰਗਟ ਹੋਏ, ਮੋਦੀਖਾਨਾ ਲੁਟਾ ਦਿੱਤਾ। ਘਰ-ਬਾਰ ਪਰਿਵਾਰ ਤੋਂ ਉਪਰਾਮ ਹੋ ਕੇ ਭਾਈ ਮਰਦਾਨਾ, ਭਾਈ ਬਾਲਾ ਜੀ ਦੇ ਸੰਗ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨ ਹਿੱਤ, ਦੀਨ ਦੁਨੀਆ ਨੂੰ ਤਾਰਨ ਹਿੱਤ ਚੜ੍ਹਿਆ ਸੁਧਨ ਧਰਤ ਲੁਕਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲੇ ਹਨ। ਸੰਸਾਰ ਦੇ ਅਨੇਕਾਂ ਜੀਵਾਂ ਨੂੰ ਤਾਰਦੇ ਤਾਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸ਼ੰਬਰਪੁਰ ਨਾਮ ਦੀ ਧਰਤੀ ਦੇ ਉੱਤੇ ਪਹੁੰਚੇ ਹਨ, ਜਿਸ ਨੂੰ ਅੱਜ ਕੱਲ੍ਹ ਆਪਾਂ ਪਟਨਾ ਸਾਹਿਬ ਕਹਿੰਦੇ ਹਾਂ। ਇੱਥੇ ਭਾਈ ਮਰਦਾਨੇ ਜੀ ਦੇ ਬੇਨਤੀ ਕਰਨ 'ਤੇ ਕਿ ਮਹਾਰਾਜ ਮੈਨੂੰ ਭੁੱਖ ਲੱਗੀ ਹੈ, ਧਰਤੀ ਦੇ ਉੱਤੇ ਸਤਿਗੁਰੂ ਜੀ ਨੇ ਆਪਣਾ ਚਰਨ ਜ਼ੋਰ ਦੇ ਨਾਲ ਮਾਰ ਕੇ, ਠੁੱਡਾ ਮਾਰ ਕੇ ਲਾਲ ਪ੍ਰਗਟ ਕੀਤਾ ਹੈ। ਭਾਈ ਮਰਦਾਨੇ ਦੇ ਹੱਥ ਫੜਾਇਆ ਕਿ ਨਗਰ ਵਿੱਚ ਲੈ ਜਾ ਕੇ ਇਸ ਲਾਲ ਦੀ ਕੀਮਤ ਪਵਾ ਲਿਆ, ਤਾਂ ਕਿ ਤੇਰੇ ਖਾਣ ਪੀਣ ਦਾ ਪ੍ਰਬੰਧ ਹੋ ਸਕੇ। ਸਤਿਗੁਰੂ ਜੀ ਦਾ ਵਚਨ ਮੰਨ ਕੇ ਭਾਈ ਮਰਦਾਨਾ ਜੀ ਵੱਖ-ਵੱਖ ਦੁਕਾਨਾਂ ਦੇ ਉੱਤੇ
चले गए, पर किसी ने थोड़ा ही मुल पाया, किसी ने थोड़ा बहुता पाया। पर लाल दी क्योंकि किसी ਨੂੰ परख नहीं सी, पारखू तो बिना लाल दी कीमत पाਉਂਦਾ कौन। कई गेड़े लाए भाई मरदाने ने, आखिरकार सतगुरु सच्चे पातशाह जी का वचन मन के सालसराय जौहरी की दुकान पर जा पहुँचा। सालसराय जौहरी ने इस लाल ਨੂੰ ਵੇਖਦਿਆਂ ਹੀ ਇਹਦੇ कीमती होने का अंदाज़ा लाया तो इस कीमती लाल दे विच लिखी हुई लिखत नूं पढ़ के 100 रुपया दर्शनी भेंट भाई मरदाने ताईं दित्ती। सतगुरु सच्चे पातशाह जी कोल 100 रुपया दर्शनी भेंट लैके भाई मरदाना आ गया तो पुछदा, महाराज किस कीमत ते बेचना? शाहूकार तो चंगा ही बहुत है, उन्हें तो लाल नूं वेखण सार ही 100 रुपया दे दिता। सतगुरु सच्चे पातशाह कहते, भाई ये उहदा वापस करा, ये जिहड़ा कीमती लाल है ये लाल नहीं, ये परमेश्वर का नाम है। की मरदानिया तू वाहिगुरू के नाम नूं वेचना चाहुंदा है? कहण लगा, महाराज जे वाहिगुरू का नाम है तो मैं वाहिगुरू का नाम बेच के पापी क्यों बनना? क्यों पापां दा भागी बना, अपराधी बना, क्यों गुनाहगार बना? महाराज आपां नहीं वेचदे। कहंदे जा भाई मरदाने लाल वापस लै आ ते 100 रुपया वो व्यापारी का, शाहूकार का, जौहरी का जिहड़ा तैनूं दिता ये वापस कर आ। शाहूकार कोल जाके 100 रुपया वापस करदा भाई मरदाना, वो लैंदा नहीं जी, मेरा धर्म नहीं रहिंदा, क्योंकि ये लाल दे विच इबारत उकरी हुई अखर लिखे हन कि जिहड़ा भी जौहरी इहदे दर्शन करे 100 रुपया इहदी दर्शनी भेटा रखे, मेज़बानी करे। इस करके मेरे धर्म तो मैनू पिछे ना करो, ये तुहाडा ही है, इहनूं जिवें मर्जी वरतो। सतगुरु कोल आउंदा, इधर सतगुरु सच्चे पातशाह 100 रुपया रखण नूं तैयार नहीं। आखिरकार भाई मरदाना जाके सालसराय जौहरी के घर सुट आया, कहंदा आ फड़ो अपना 100 रुपया, असीं लाल नहीं वेचना। सालसराय ने वेखिया भी ये संत ते इहदे नाल दे साथी किन्ने सबर संतोख वाले हन, नहीं तो माया कौन छड्डदा मुफ्त दे विच मिली हुई। उन्हां दे दर्शन करने चाहिए है। तो भावना आई मन दे विच, उन्हां वास्ते कुछ ना कुछ छकण छकाउण वास्ते लै चलना ते नाले आ दर्शनी भेटा आप जाके उन्हां दे चरनां विच रख दिंदा। इहने अपने नौकर अधरके नूं साध संगत जी भेजिया सालसराय ने कि जाके उन्हां फकीरां नूं रोक किते वो चले ना जाण, ते आप मिठे मिठे भोजन प्रशादे पकवान बना के साध संगत जी ये जिहड़ा सालसराय जौहरी है सतगुरु जी के चरणों में जा पहुँचे। सतगुरु सच्चे पातशाह के चरणों में जो पहुँचे, पहला दे नौकर ने जाके मत्था टेकिया, सतगुरु जी बड़े प्रसन्न होए। सालसराय जौहरी पहुँचा, बड़े बचन विलास सतगुरु सच्चे पातशाह जी के नाल करदा। दर्शन करके ही ਇਹਦੇ मन में भावना बज गई कि ये पूर्ण शांत रूप महात्मा संत पूरे सतगुरु हैं, इस करके ये मेरे जीवन का कल्याण कर सकते हैं, महाराज मैनू उपदेश बख्शो। तो सतगुरु सच्चे पातशाह जी ने फिर साध संगत जी इस सालसराय जौहरी नूं गुरबाणी दे विच उपदेश बख्शिश कीता, जिहड़ा कल आपां शब्द की कथा बहुत विस्तार दे विच सरवण कर चुके हाँ। मारू महला पहला। बेमल मझार बसस निर्मल जल, पदमन जावल रे, पदमन जावल जल रस संगत, संग दोख नहीं रे। सतगुरु सच्चे पातशाह जी ने नाल ही अर्थ भी समझा दिते, गुरबाणी का शब्द भी उचारिया कि निर्मल जल दे विच कमल भी रहिंदा है ते जाला भी रहिंदा है, पर कमल दे विच सुगंधी हुंदी है, जाला जिहड़ा दुर्गंधी वाला हुंदा। ते इसे जल दे विच रहिंदे दोवें इकट्ठे ही है, संगत इकट्ठी है, पर एक दूजे के गुणां नूं ग्रहण नहीं करते। ना तो जाला कमल की सुगंधी लैंदा ते ना जिहड़ा कमल का फुल है वो जाले वाली दुर्गंधी नूं अपनाउंदा है। सो इस प्रकार सतगुरु ने कई दृष्टांत दिते कि इसे जल दे विच डड्डू भी रहिंदा है। डड्डू जिहड़ा वो दुर्गंधी वाला जाला खा के ढिड भर लैंदा, कमल की सुगंधी नहीं लै सकता। ते जिहड़े भौरे भौरियां वो कमल के फुल के उत्ते आके खुशबू लै जाते हैं। निर्मल जल दे विच रहन करके भी, उस कमल फुल के नेड़े बसन करके भी ये जिहड़ा डड्डू है या जाला है ये कमल फुल की महक तो सखणे रह जाते हैं। इस प्रकार
ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਆ ਸਤ ਸੰਗਤ ਰੂਪੀ ਨਦੀ ਹੈ। ਇਸ ਨਦੀ ਦੇ ਵਿੱਚ ਭਗਤੀ ਰੂਪੀ ਕਮਲ ਖਿੜਿਆ ਹੋਇਆ ਹੈ। ਮਨਮੁਖ ਅਤੇ ਗੁਰਮੁਖ ਦੋਵੇਂ ਤਰ੍ਹਾਂ ਦੇ ਲੋਕ ਸੰਗਤ ਵਿੱਚ ਆਉਂਦੇ ਹਨ। ਜਿਹੜੇ ਗੁਰਮੁਖ ਹੈ ਉਹ ਆ ਕੇ ਸੰਗਤ ਵਿੱਚ ਟਿਕ ਕੇ ਬਹਿੰਦੇ ਹਨ। ਗੁਰਬਾਣੀ ਦਾ ਰਸ, ਕਥਾ ਦਾ ਰਸ, ਕੀਰਤਨ ਦਾ ਆਨੰਦ ਮਾਣਦੇ ਹਨ। ਵਾਹਿਗੁਰੂ ਦੇ ਨਾਮ ਰੂਪੀ ਸੁਗੰਧੀ ਨੂੰ ਉਹ ਮਾਣ ਲੈਂਦੇ ਆ। ਪਰ ਮਨਮੁਖ ਲੋਕ ਜਿਹੜੇ ਇਹ ਆਉਂਦੇ ਆ, ਪਰ ਇੱਥੇ ਆ ਕੇ ਵੀ ਪਦਾਰਥਾਂ ਨਾਲ ਹੀ ਜੁੜੇ ਰਹਿੰਦੇ ਆ। ਸਾਨੂੰ ਆਹ ਮਿਲ ਜਾਏ, ਸਾਨੂੰ ਉਹ ਮਿਲ ਜਾਏ। ਜਾਂ ਫਿਰ ਕਈਆਂ ਦਾ ਸੰਗਤ ਵਿੱਚ ਆਉਣ ਦਾ ਹੋਰ ਤਰੀਕਾ, ਆ ਕੇ ਇੱਥੇ ਕੋਈ ਕਿਸੇ ਦਾ ਜੋੜਾ ਜੁੱਤੀ ਚੁੱਕ ਕੇ ਲੈ ਗਿਆ, ਕਿਸੇ ਨੇ ਕਿਸੇ ਦਾ ਖੀਸਾ ਕੱਟ ਲਿਆ। ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ। ਸੋ ਸਾਧ ਸੰਗਤ ਜੀ, ਮਨਮੁਖ ਲੋਕ ਜਿਹੜੇ ਉਹ ਸਤਸੰਗ ਵਿੱਚੋਂ ਲਾਹਾ ਨਹੀਂ ਪ੍ਰਾਪਤ ਕਰ ਸਕਦੇ, ਪਰ ਜਿਹੜੇ ਗੁਰਮੁਖ ਹੈ ਉਹ ਲਾਹਾ ਪ੍ਰਾਪਤ ਕਰ ਜਾਂਦੇ ਹਨ। ਇਸ ਪ੍ਰਕਾਰ ਆਪਾਂ ਬੜੇ ਵਿਸਥਾਰ ਦੇ ਸਹਿਤ ਹੋਰ ਵੀ ਦ੍ਰਿਸ਼ਟਾਂਤ ਪ੍ਰਮਾਣਾਂ ਦੇ ਸਹਿਤ ਇਸ ਸ਼ਬਦ ਦੀ ਵਿਆਖਿਆ ਕੱਲ੍ਹ ਸਰਵਣ ਕਰ ਲਈ ਹੈ। ਅੱਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਲੈ ਕੇ ਜਿਵੇਂ ਇਹ ਸਾਲਸਰਾਏ ਜੌਹਰੀ ਨਿਹਾਲ ਹੋਇਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੋ ਇਹ ਖਾਣ ਪੀਣ ਦੇ ਪਦਾਰਥ, ਪਕਵਾਨ, ਮਿਠਾਈਆਂ, ਭੋਜਨ ਪ੍ਰਸ਼ਾਦਾ ਲੈ ਕੇ ਆਇਆ ਸੀ, ਸਤਿਗੁਰੂ ਜੀ ਦੇ ਅੱਗੇ ਨੇ ਰੱਖ ਦਿੱਤਾ। ਮਹਾਰਾਜ ਆ ਅੰਗੀਕਾਰ ਕਰੋ। ਨਾਲ ਹੀ ਭੇਟਾ ਰੱਖ ਦਿੱਤੀ। ਮਹਾਰਾਜ ਆ 100 ਰੁਪਈਆ ਇਹ ਤੁਹਾਡੇ ਲਾਲ ਦੀ ਭੇਟਾ ਮੈਂ ਲੈ ਕੇ ਆਇਆ, ਤੁਹਾਡਾ ਸਾਥੀ ਵਾਪਸ ਕਰ ਆਇਆ, ਇਹ ਵੀ ਅੰਗੀਕਾਰ ਕਰ ਲਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਮਾਇਆ ਸਾਡੇ ਕਿਸੇ ਕੰਮ ਨਹੀਂ, ਤੁਹਾਡੇ ਵਰਗੇ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਹੀ ਇਹ ਮਾਇਆ ਸ਼ੋਭਦੀ ਆ। ਸੋ ਭਾਈ ਮਰਦਾਨਾ ਜੀ ਕੋਲ ਬੈਠੇ ਆ, ਭੁੱਖੇ ਤਾਂ ਪਹਿਲੇ ਹੀ ਸਨ। 5-7 ਗੇੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਸ਼ੰਬਰਪੁਰ ਸ਼ਹਿਰ ਪਟਨਾ ਸਾਹਿਬ ਦੇ ਲਵਾ ਦਿੱਤੇ ਨਗਰ ਦੇ। ਥੱਕਿਆ ਵੀ ਹੈ ਅਤੇ ਭੁੱਖਾ ਵੀ ਹੈ, ਚੁੱਪਚਾਪ ਬੈਠਾ, ਮਨ ਦੇ ਵਿੱਚ ਸੋਚਾਂ ਵਿਚਾਰਾਂ ਕਰ ਰਿਹਾ ਹੈ ਵੀ ਗੁਰੂ ਸਾਹਿਬ ਕਿਉਂ ਨਹੀਂ ਇਹਦਾ ਭੋਜਨ ਪ੍ਰਵਾਨ ਕਰਦੇ। ਜੇ ਪ੍ਰਵਾਨ ਕਰਕੇ ਮੈਨੂੰ ਹੁਕਮ ਕਰ ਦੇਣਾ ਵੀ ਮਰਦਾਨਿਆਂ ਛਕ ਲਾ, ਮੈਂ ਤਾਂ ਐਨ ਪੂਰੀ ਰੀਝ ਲਾ ਕੇ ਛਕਾਂ, ਪੂਰਾ ਰੱਜ ਕੇ ਭੋਜਨ ਛਕਾਂਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਿਵੇਂ ਇਹਨੇ ਸਾਲਸਰਾਏ ਜੌਹਰੀ ਨੇ ਭਾਵਨਾ ਦੇ ਨਾਲ ਭੋਜਨ ਪ੍ਰਸ਼ਾਦਾ ਰੱਖਿਆ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਹੋਰ ਸ਼ਬਦ ਦੇ ਦੁਆਰਾ ਇਸ ਸਾਲਸਰਾਏ ਜੌਹਰੀ ਨੂੰ ਉਪਦੇਸ਼ ਜਿਵੇਂ ਬਖਸ਼ਿਆ, ਉਹ ਅੱਜ ਦੇ ਪ੍ਰਸੰਗ ਦੇ ਵਿੱਚ ਇੱਥੋਂ ਕਥਾ ਦੀ ਅੱਗੇ ਆਪਾਂ ਲੜੀ ਜੋੜ ਰਹੇ ਹਾਂ। ਬੜੇ ਪਿਆਰ ਦੇ ਨਾਲ ਸਰਵਣ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਭਾਵੇਂ ਕਿ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚ ਸਰੂਪ ਦੇ ਵਿੱਚ ਦਰਜ ਨਹੀਂ ਹੈ। ਇਸ ਕਰਕੇ ਇੱਥੇ ਮੁੱਖ ਵਾਕ ਸ਼ਬਦ ਨਾਲ ਨਹੀਂ ਲਿਖਿਆ ਹੋਇਆ। ਜਿਵੇਂ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ, ਸਾਲਸਰਾਏ ਜੌਹਰੀ ਨੂੰ ਸੁਣੋ। ਗਰੀਬ ਪਕਵਾਨ ਸੋ ਭੋਜਨ ਕਹੀਐ। ਸਤਿਗੁਰੂ ਕਹਿੰਦੇ ਸਾਲਸਰਾਏ ਜੌਹਰੀ, ਸਾਨੂੰ ਆਹ ਭੋਜਨ ਦੀ ਲੋੜ ਨਹੀਂ। ਤੇਰੀ ਜਿਹੜੀ ਪ੍ਰੀਤੀ ਹੈ, ਤੇਰਾ ਜਿਹੜਾ ਪ੍ਰੇਮ ਹੈ, ਇਹ ਸਾਡੇ ਵਾਸਤੇ ਇਹੀ ਪਕਵਾਨ ਹੈ, ਪੱਕਿਆ ਹੋਇਆ ਭੋਜਨ ਭਾਵ ਮਠਿਆਈ ਹੈ, ਅਤੇ ਇਹੀ ਜਿਹੜਾ ਭੋਜਨ ਪ੍ਰਸ਼ਾਦਾ ਕਿਹਾ ਜਾਂਦਾ ਹੈ। ਅਤੇ ਤਲੀਆਂ ਹੋਈਆਂ ਜਿਹੜੀਆਂ ਪੂਰੀਆਂ ਉਹ ਕੀ ਹੈ? ਜਿਹੜੀ ਤੇਰੀ ਲੋਚਾ ਪੂਰੀ ਹੋ ਗਈ ਹੈ, ਇੱਛਾ ਪੂਰੀ ਹੋ ਗਈ ਹੈ ਦਰਸ਼ਨ ਕਰਨ ਦੀ, ਆਹ ਸਤਸੰਗ ਕਰਨ ਦੀ, ਇਹੀ ਸਾਡੇ ਵਾਸਤੇ ਪੂਰੀਆਂ ਹਨ। ਮੁੱਖੋਂ ਜਿਹੜਾ ਹਰੀ ਹਰੀ ਬੋਲਣਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਇਹੀ ਸਾਡੇ ਵਾਸਤੇ ਮਠਿਆਈ ਹੈ। ਜਦੋਂ ਰਸਨਾ ਦੇ ਦੁਆਰਾ ਹਰੀ ਹਰੀ ਬੋਲਿਆ ਜਾਵੇ, ਇਸ ਪ੍ਰਕਾਰ ਦੀ ਮਠਿਆਈ ਛਕੀ ਜਾਵੇ ਨਾ, ਸਾਲਸਰਾਏ ਜੌਹਰੀ ਉਸ ਵੇਲੇ ਮਨ ਸਦਾ ਗੁਰੂ ਦੇ ਹਾਜ਼ਰ ਨਾਜ਼ਰ ਰਹਿੰਦਾ, ਹਜ਼ੂਰੀ ਵਿੱਚ ਹੀ ਰਹਿੰਦਾ। ਮਨ ਕਦੇ ਇੱਧਰ ਉੱਧਰ ਭਟਕਦਾ ਨਹੀਂ, ਸਦਾ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਦੂਰ ਕਤਹੁ ਨਾ ਜਾਏ। ਉਹ ਵਾਹਿਗੁਰੂ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਫਿਰ ਸਮਝਦਾ ਹੈ ਮਨ, ਜਦੋਂ ਹਰੀ ਹਰੀ ਮੁਖੋਂ ਜਪਣ ਰੂਪੀ ਮਠਿਆਈ ਖਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਦੇਣ ਦਾ ਤਰੀਕਾ ਦੇਖੋ। ਸੁਣ ਸਾਲਸ ਤੂੰ ਭਾਈ ਮੇਰੇ, ਹੇ ਮੇਰੇ ਭਰਾਵਾਂ ਵਰਗੇ ਸਾਲਸਰਾਏ ਜੌਹਰੀ ਤੂੰ ਬਚਨ ਸੁਣ।
ਕਿ ਐਸਾ ਗੁਰੂ ਭਾਈ ਆਪਾਂ ਨੂੰ ਸੰਸਾਰ ਦੇ ਵਿੱਚ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਕਿਤੇ ਵੀ ਨਿਗਾਹ ਮਾਰ ਕੇ ਵੇਖ ਲਓ, ਮਿਲੇਗਾ ਜਿਹੜਾ ਆਪਣੇ ਸਿੱਖਾਂ ਨੂੰ ਭਾਈ ਕਹਿ ਕੇ ਸੰਬੋਧਨ ਕਰੇ। ਹਾਲਾਂਕਿ ਆਪਾਂ ਹਾਂ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ, ਭਾਈ ਤਾਂ ਨਹੀਂ ਆਪਾਂ, ਸਾਡੇ ਤਾਂ ਗੁਰੂ ਆ ਗੁਰੂ ਸਾਹਿਬ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖੋ ਕਿੰਨੇ ਨਿਮਰਤਾਵਾਨ ਹੋ ਕੇ, ਕਿੱਥੇ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਅਤੇ ਕਿਤੇ ਅਸੀਂ ਕਲਯੁਗੀ ਜੀਵ, ਸਾਡੇ ਵਾਸਤੇ ਉਪਦੇਸ਼ ਦੇਣ ਵਾਸਤੇ ਸ਼ਬਦ ਵਰਤਦੇ ਆ ਭਾਈ। ਭਾਈ ਨਾਮ ਹੈ ਭਰਾ ਦਾ, ਸਾਨੂੰ ਭਾਈ ਕਹਿ ਰਹੇ ਆ ਸਤਿਗੁਰੂ ਨਾਨਕ ਦੇਵ। ਇੱਥੇ ਦੁਨੀਆ ਦੇ ਧਰਮਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਅੱਜ ਤੱਕ ਕਿਸੇ ਨੇ ਆਪਣੇ ਚੇਲਿਆਂ ਨੂੰ, ਆਪਣੇ ਪੈਰੋਕਾਰਾਂ ਨੂੰ ਭਾਈ ਆਖਿਆ? ਕਿੰਨੇ ਧਰਮ ਹੋਏ ਹੈ, ਕਿੰਨੇ ਧਰਮਾਂ ਦੇ ਗੁਰੂ ਹੋਏ ਹੈ, ਤੇ ਕਿੰਨੇ ਗੁਰੂਆਂ ਨੇ ਅੱਗੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਕਿਸੇ ਨੇ ਵੀ ਆ ਗੁਰੂ ਘਰ ਤੋਂ ਬਿਨਾਂ, ਗੁਰੂ ਸਾਹਿਬਾਨ ਤੋਂ ਬਿਨਾਂ ਭਾਈ ਕਹਿ ਕੇ ਸੰਬੋਧਨ ਕੀਤਾ ਹੈ? ਕੋਈ ਕਹਿੰਦਾ ਹੈ ਆ ਜਿਹੜੇ ਮੇਰੇ ਚੇਲੇ ਚੇਲੀਆਂ ਇਹ ਤਾਂ ਮੇਰੇ ਭੇਡਾਂ ਬੱਕਰੀਆਂ, ਮੈਂ ਇਹਨਾਂ ਨੂੰ ਚਰਾਉਣ ਵਾਸਤੇ ਆਇਆ, ਇਹਨਾਂ ਨੂੰ ਚਾਰਨ ਵਾਸਤੇ ਮੈਂ ਇਸ ਦੁਨੀਆ ਦੇ ਵਿੱਚ ਆਇਆ, ਭਾਵ ਕੋਈ ਸਿੱਖਿਆ ਦੇਣ ਵਾਸਤੇ ਆਇਆ ਹਾਂ। ਕੋਈ ਕਹਿੰਦਾ ਇਹ ਮੇਰੇ ਸ਼ਿਸ਼ ਹੈ, ਕੋਈ ਕਹਿੰਦਾ ਚੇਲੇ ਆ। ਪਰ ਇੱਕੋ ਇੱਕ ਆ ਗੁਰੂ ਘਰ ਹੈ ਜਿੱਥੇ ਸੰਗਤ ਦਾ, ਉਪਦੇਸ਼ ਲੈਣ ਵਾਲੇ ਜਗਿਆਸੂਆਂ ਦਾ ਇੰਨਾ ਸਨਮਾਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਕਹਿ ਕੇ ਸੰਬੋਧਨ ਕਰਦੇ ਆ। ਗਰੀਬਾਂ ਨੂੰ ਨਿਵਾਜਣ ਵਾਲੇ ਆ ਨਾ ਪਾਤਸ਼ਾਹ। ਆਪਣੇ ਬਰਾਬਰ ਦਾ ਰੁਤਬਾ, ਭਰਾ ਬਰਾਬਰ ਦਾ ਹੀ ਹੁੰਦਾ। ਸਤਿਗੁਰੂ ਨੇ ਬਰਾਬਰ ਦਾ ਰੁਤਬਾ, ਜੇ 10ਵੇਂ ਜਾਮੇ ਵਿੱਚ ਦੇਖ ਲਓ ਨਿਗਾਹ ਮਾਰ ਕੇ, ਉੱਥੇ ਵੀ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ। ਜੇ ਖਾਲਸਾ ਅੰਮ੍ਰਿਤਧਾਰੀ ਤੇ ਗੁਰੂ ਵੀ ਅੰਮ੍ਰਿਤਧਾਰੀ, ਬਰਾਬਰ ਦਾ ਰੁਤਬਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੰਨਾ ਮਾਣ ਸਨਮਾਨ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਕਹਿ ਕੇ ਸੰਬੋਧਨ ਕੀਤਾ। ਕਹਿੰਦੇ ਸੁਣ ਸਾਲਸ ਤੂੰ ਭਾਈ ਮੇਰੇ, ਇਹ ਸਾਲਸ ਰਾਏ ਜੌਹਰੀ ਇਹ ਉਪਦੇਸ਼ ਸੁਣ ਮੇਰਿਆ ਭਰਾਵਾ। ਸਮਝ ਪਰੀ ਤਾਂ ਹੋਏ ਨਵੇਰੇ, ਇਹ ਜਿਹੜੀ ਤੈਨੂੰ ਸਿੱਖਿਆ ਦਿੱਤੀ ਆ ਨਾ, ਜੇ ਇਹ ਗੱਲ ਦੀ ਸਮਝ ਪੈ ਜਾਵੇ, ਸੋਝੀ ਆ ਜਾਵੇ, ਦਿਮਾਗ ਦੇ ਵਿੱਚ ਬੈਠ ਜਾਵੇ, ਤਾਂ ਫਿਰ ਸਾਰੇ ਹੀ ਨਵੇੜੇ ਹੋ ਜਾਂਦੇ ਆ। ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਮਨੁੱਖ। ਵਿਸ਼ਰਾਮ ਦੇ ਕੇ ਅੱਗੇ ਉਚਾਰਨ ਕਰਦੇ ਹਨ। ਦੇਵਾ ਮਿਲਣ ਤੁਮਾਰਾ ਪ੍ਰਿਯ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰਾ ਜਿਹੜਾ ਮਿਲਣਾ ਨਾ, ਸਾਨੂੰ ਹੋਰ ਮੇਵਿਆਂ ਦੀ ਲੋੜ ਨਹੀਂ, ਉਹੀ ਸਾਡੇ ਵਾਸਤੇ ਮੇਵਾ ਹੈ। ਸਦਕੇ ਬਾਗੇ ਜੋੜੇ, ਤੇ ਜਿਹੜੇ ਤੂੰ ਕੱਪੜੇ ਵਸਤਰ ਕੋਈ ਭੇਟਾ ਕਰਨ ਵਾਸਤੇ ਲੈ ਕੇ ਆਇਆ, ਸੱਤ ਕੇ ਬਾਗੇ ਜੋੜੇ, ਸੱਤ ਪ੍ਰਤੱਗੀ ਹੋਣਾ, ਹਮੇਸ਼ਾ ਸੱਚ ਬੋਲਣਾ, ਇਹ ਕਹਿੰਦੇ ਬਹੁਤ ਸੋਹਣੇ ਚੰਗੀ ਕਿਸਮ ਦੇ ਵਸਤਰ ਹਨ। ਖਾਣ ਖਾਏ ਅਗਾਵੇ ਸੋਈ, ਜਿਹੜਾ ਇਸ ਪ੍ਰਕਾਰ ਦੀ ਮਠਿਆਈ ਭੋਜਨ ਜਿਹੜੇ ਉਪਰੋਕਤ ਵਰਣਨ ਕੀਤੇ ਆ, ਇਹਨਾਂ ਨੂੰ ਛਕਦਾ ਨਾ, ਉਹ ਕਹਿੰਦੇ ਛਕ ਕੇ ਤ੍ਰਿਪਤ ਹੋ ਜਾਂਦਾ, ਉਹਨੂੰ ਕਦੇ ਮੁੜ ਕੇ ਭੁੱਖ ਨਹੀਂ ਲੱਗਦੀ। ਜੋ ਬਿਕਤੇ ਮਨੁਆ ਮੋੜੇ, ਔਰ ਤ੍ਰਿਪਤ ਤਾਂ ਹੁੰਦਾ ਜੋ ਬਿਖ ਤੇ ਮਨੁਆ ਮੋੜੈ, ਜੇਕਰ ਵਿਸ਼ੇ ਵਿਕਾਰਾਂ ਤੋਂ ਮਨ ਨੂੰ ਮੋੜ ਲਵੇ। ਫਿਰ ਕਹਿੰਦੇ ਇਹੋ ਜਿਹਾ ਵਾਹਿਗੁਰੂ ਦੇ ਨਾਮ ਦਾ ਭੋਜਨ ਜਿਹੜਾ ਛਕ ਕੇ ਬੰਦਾ ਤ੍ਰਿਪਤ ਹੋ ਜਾਂਦਾ। ਤੇ ਜੇ ਵਿਸ਼ੇ ਵਿਕਾਰਾਂ ਤੋਂ ਮਨ ਮੋੜੇ ਹੀ ਨਹੀਂ, ਤੇ ਫਿਰ ਤਾਂ ਸਾਡੀਆਂ ਸ਼ਿਕਾਇਤਾਂ ਹੀ ਹੁੰਦੀਆਂ ਜੀ, ਬਾਣੀ ਪੜ੍ਹਨ ਤਾਂ ਬਹਿੰਦੇ ਆ, ਇਕਾਗਰਤਾ ਨਹੀਂ ਬਣਦੀ, ਨਾਮ ਤਾਂ ਜਪਦੇ ਆ, ਮਨ ਨਹੀਂ ਟਿਕਦਾ। ਸਤਿਗੁਰੂ ਨੇ ਇੱਥੇ ਤਰੀਕਾ ਦੱਸਿਆ ਮਨ ਟਿਕਾਉਣ ਦਾ। ਕਹਿੰਦੇ ਖਾਵਤ ਖਾਏ ਅਗਾਵੈ ਸੋਈ, ਜੋ ਬਿਖ ਤੇ ਮਨੁਆ ਮੋੜੈ। ਜਿਹੜਾ ਵਾਹਿਗੁਰੂ ਦੇ ਨਾਮ ਨੂੰ ਇਸ ਤਰੀਕੇ ਨਾਲ ਅੰਦਰ ਲਿਜਾਂਦਾ ਹੈ, ਅੰਦਰ ਤ੍ਰਿਪਤ ਕਰ ਲੈਂਦਾ, ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਕੇ, ਉਹਦੇ ਅੰਦਰ ਇਹ ਵਾਹਿਗੁਰੂ ਦਾ ਨਾਮ ਟਿਕਦਾ, ਉਹਦੇ ਮਨ ਨੂੰ ਟਿਕਾ ਮਿਲਦਾ ਹੈ। ਸਾਲਸਰਾਏ ਜੌਹਰੀ ਦੇ ਨਾਲ ਜਿਹੜਾ ਉਹਦਾ ਦਾਸ ਨੌਕਰ ਅਧਰਕਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨਾਂ ਨੂੰ ਸੁਣਨ ਸਾਰ ਬੜੀ ਜਲਦੀ ਉਹਦਾ ਮਨ ਨਿਰਮਲ ਹੋ ਗਿਆ। ਜਲਦੀ ਦੇ ਨਾਲ ਇਹ ਉੱਠਿਆ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਅਸ਼ਟਾਂਗ 8 ਅੰਗ ਧਰਤੀ ਦੇ ਉੱਤੇ ਲਾ ਕੇ ਨਾ ਇਹਨੇ ਨਮਸਕਾਰ ਕੀਤੀ।
ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਮੈਂ ਤੁਹਾਡੀ ਸ਼ਰਨ ਆ ਗਿਆ, ਮੈਨੂੰ ਸ਼ਰਨ ਦੇ ਦਿਓ। ਇਉਂ ਕਹਿ ਕੇ ਵੱਡਿਆਂ ਭਾਗਾਂ ਵਾਲਾ ਜਿਹੜਾ ਅਧਰਕਾ ਨੌਕਰ ਹੈ ਉਹ ਸਤਿਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਪਰਮੇਸ਼ਵਰ ਜਾਣੇ ਹੋਈ। ਤੇ ਨਾਲੇ ਮੁਖੋਂ ਕਹਿੰਦਾ, ਮਹਾਰਾਜ ਮੈਂ ਜਾਣ ਲਿਆ ਕਿ ਤੁਸੀਂ ਪਰਮੇਸ਼ਰ ਦਾ ਹੀ ਸਰੂਪ ਹੋ। ਦੀਨ ਦਿਆਲ ਨਾਮ ਹੈ ਤੋਹੀ। ਤੇ ਮਹਾਰਾਜ ਤੇਰਾ ਨਾਮ ਦੀਨ ਦਿਆਲ ਹੈ। ਗਰੀਬਾਂ ਦੇ ਉੱਤੇ, ਦੀਨਾਂ ਦੇ ਉੱਤੇ, ਨਿਮਾਣਿਆਂ ਦੇ ਉੱਤੇ ਦਇਆ ਕਰਨ ਵਾਲਾ, ਦਇਆ ਦਾ ਘਰ ਹੈ ਤੂੰ। ਜਗਤ ਅਗਨ ਤੇ ਜਲ ਤੋਂ ਬਾਰੂ। ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ। ਸੰਸਾਰ ਜਿਹੜਾ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਵਿੱਚ ਜਲਦਾ ਹੋਇਆ ਹੈ, ਐਸੇ ਜਲਦੇ ਬਲਦੇ ਸੰਸਾਰ ਦੇ ਵਿੱਚੋਂ ਮੈਨੂੰ ਉਵਾਰ ਲਓ, ਕੱਢ ਲਓ, ਰੱਖਿਆ ਕਰੋ ਮੇਰੀ। ਅਗਨ ਨਾਮ ਕੋ ਬਿਰਦ ਸੰਭਾਲੋ। ਮਹਾਰਾਜ ਆਪਣੇ ਨਾਮ ਦਾ ਬਿਰਦ ਸੰਭਾਲ ਲਓ। ਵਾਹਿਗੁਰੂ ਦਾ ਨਾਮ ਕੀ ਹੈ? ਗਰੀਬ ਨਵਾਜ ਹੈ, ਗਰੀਬਾਂ ਨੂੰ ਨਵਾਜਣ ਵਾਲਾ ਹੈ, ਪਤਿਤ ਪਾਵਨ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਔਰ ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹੋ ਬਿਰਦ ਸੁਆਮੀ ਸੰਦਾ। ਮਾਲਕ ਦਾ, ਸੁਆਮੀ ਦਾ ਸੁਭਾਅ ਕੀ ਹੈ? ਸ਼ਰਨ ਆਇਆਂ ਨੂੰ ਕੰਠ ਦੇ ਨਾਲ ਲਾਉਂਦਾ, ਗਲੇ ਨਾਲ ਲਾ ਲੈਂਦਾ। ਮਹਾਰਾਜ ਜਿਹੜਾ ਤੁਹਾਡੇ ਨਾਮ ਦਾ ਬਿਰਦ ਹੈ, ਇਹਦੀ ਸੰਭਾਲ ਕਰੋ, ਆਪਣੇ ਬਿਰਦ ਨੂੰ, ਪ੍ਰਣ ਨੂੰ ਨਿਭਾਓ। ਸੁਣ ਕਰ ਤੇ ਪਰ ਗੁਰੂ ਪ੍ਰਸਿੱਧੀ। ਸੁਣ ਕੇ ਅਧਰਕੇ ਦੇ ਬਚਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਅਤਿਅੰਤ ਪ੍ਰਸੰਨ ਹੋ ਗਏ। ਜਨਮ ਮਰਨ ਜਗ ਕੇ ਕੱਟ ਦੀਜੇ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੇ ਐਸੀ ਕਿਰਪਾ ਕੀਤੀ ਪ੍ਰਸੰਨ ਹੋ ਕੇ, ਕਹਿੰਦੇ ਇਹਦੇ ਜਨਮ ਮਰਨ ਦੇ ਜਿਹੜੇ ਚੱਕਰ ਹੈ ਉਹ ਕੱਟ ਦੇਣੇ ਚਾਹੀਦੇ ਆ। ਸਤਿਗੁਰੂ ਨੇ ਕਿਰਪਾ ਕਰ ਦਿੱਤੀ। ਪੌੜੀ ਅਪਰ ਸ਼ਬਦ ਕੀ ਭਾਗੀ। ਤੇ ਇਸੇ ਸ਼ਬਦ ਦੀ ਜਿਹੜਾ ਪੂਰਵੋਕਤ ਉਚਾਰਨ ਕੀਤਾ, ਭੋਜਨ ਪਰਥਾਏ, ਇਹਦੀ ਅਗਲੀ ਪੌੜੀ ਸਤਿਗੁਰੂ ਨੇ ਉਚਾਰੀ। ਜੇ ਸੁਣ ਸ਼ਾਹ ਭਇਓ ਗਲ ਪੰਥੀ। ਜਿਸ ਸਤਿਗੁਰੂ ਦੇ ਉਪਦੇਸ਼ ਨੂੰ ਸੁਣ ਕੇ, ਜਿਸ ਸ਼ਬਦ ਨੂੰ ਸੁਣ ਕੇ ਇਹ ਜਿਹੜਾ ਸ਼ਾਹੂਕਾਰ ਸਾਲਸਰਾਏ ਜੌਹਰੀ ਹੈ ਉਹ ਮੁਕਤੀ ਦਾ ਕਾਂਕਸ਼ੀ ਬਣ ਗਿਆ, ਮੁਕਤੀ ਦਾ ਇੱਛੁਕ ਬਣ ਗਿਆ। ਉਤਮ ਜਨਮ ਸੋ ਸਾਖਤ ਕਹੀਐ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਤਮ ਕੁੱਲ ਦੇ ਵਿੱਚ ਕਿਸੇ ਦਾ ਜਨਮ ਹੋਇਆ ਹੋਵੇ ਪਰ ਰੱਬ ਦੇ ਨਾਮ ਦੇ ਨਾਲ ਨਾ ਜੁੜੇ, ਉਹਨੂੰ ਤਾਂ ਸਾਖਤ ਕਿਹਾ ਜਾਂਦਾ। ਆਪਣੇ ਆਪ ਨੂੰ ਜਿੰਨਾ ਮਰਜ਼ੀ ਚੰਗਾ ਕਹਾਉਂਦਾ ਫਿਰੇ, ਪਰ ਜਿਹੜਾ ਵਾਹਿਗੁਰੂ ਦੇ ਨਾਲ ਨਹੀਂ ਜੁੜਿਆ, ਦੁਨਿਆਵੀ ਪਦਾਰਥਾਂ ਦੇ ਨਾਲ, ਮਾਇਆ ਵਾਹਿਗੁਰੂ ਦੀ ਸ਼ਕਤੀ ਦੇ ਨਾਲ ਹੀ ਜੁੜਿਆ ਹੋਇਆ ਨਾ ਜਿਹੜਾ, ਉਹਨੂੰ ਸਾਖਤ ਕਿਹਾ ਜਾਂਦਾ। ਮਾਇਆ ਵਾਹਿਗੁਰੂ ਦੀ ਸ਼ਕਤੀ ਆ। ਜਿਹੜਾ ਮਾਇਆ ਦਾ ਉਪਾਸ਼ਕ ਬਣ ਗਿਆ, ਵਾਹਿਗੁਰੂ ਦਾ ਉਪਾਸ਼ਕ ਨਾ ਬਣਿਆ, ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਖਤ ਕਹੀ ਹੈ। ਵਾਹਿਗੁਰੂ ਦੇ ਨਾਲ ਟੁੱਟਿਆ ਹੋਇਆ ਸਾਖਤ ਕਿਹਾ ਜਾਂਦਾ ਹੈ। ਨੀਚ ਨਾਰਾਇਣ ਪਾਇਆ। ਪਰ ਜੇਕਰ ਕਹਿੰਦੇ ਦੁਨੀਆ ਦੇ ਲੋਕ ਕਿਸੇ ਨੂੰ ਨੀਚ ਕਹਿੰਦੇ ਆ ਤੇ ਉਹ ਵਾਹਿਗੁਰੂ ਦੀ ਭਗਤੀ ਕਰ ਲੈਂਦਾ, ਨਾਰਾਇਣ ਪਾਇਆ, ਉਹਨੇ ਫਿਰ ਨਰਾਂ ਨਰਾਂ ਦੇ ਵਿੱਚ ਆਇਆ ਹੋਇਆ ਜਿਹੜਾ ਵਾਹਿਗੁਰੂ ਹੈ ਉਸ ਦੀ ਪ੍ਰਾਪਤੀ ਕਰ ਲੈਂਦਾ। ਜਾਂ ਨਾਰਾਇਣ ਪਾਇਆ ਅਵਿਦਿਆ ਰੂਪੀ ਨਹੀਂ ਹੈ ਜਿਸ ਵਾਹਿਗੁਰੂ ਦੇ ਵਿੱਚ ਰਾਤ, ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ ਹੈ। ਲੋਭ ਲਹਿਰ ਤੇ ਛੁਟੇ ਗਈ। ਲੋਭ ਦੀ ਜਿਹੜੀ ਲਹਿਰ ਹੈ, ਕਿਉਂਕਿ ਲੋਭ ਜਿਹੜਾ ਇਹਦੀਆਂ ਲਹਿਰਾਂ ਵਗਦੀਆਂ, ਤਰੰਗਾਂ ਵਗਦੀਆਂ, ਔਰ ਲੋਭ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਹਲਕੇ ਕੁੱਤੇ ਦੀ ਨਿਆਈ ਵੀ ਉਦਾਹਰਨ ਦੇ ਵਜੋਂ ਗੁਰਬਾਣੀ ਦੇ ਵਿੱਚ ਵਰਣਨ ਕੀਤਾ। ਲੋਭ ਲਹਿਰ ਸਭ ਸੁਆਨ ਹਲਕ ਹੈ, ਹਲਕਿਓ ਸਭੇ ਵਿਗਾਰੇ। ਜਿਵੇਂ ਕੁੱਤਾ ਹਲਕ ਜਾਂਦਾ, ਇਉਂ ਸਾਧ ਸੰਗਤ ਜੀ ਲੋਭੀ ਮਨੁੱਖ ਜਿਹੜਾ ਨਾ, ਉਹਦੇ ਅੰਦਰ ਲੋਭ ਦਾ, ਲਾਲਚ ਦਾ, ਮੈਂ ਆਹ ਵੀ ਜੋੜ ਲਾਂ, ਆਹ ਵੀ ਲੈ ਲਾਂ, ਆਹ ਵੀ ਖੋਹ ਲਾਂ, ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਪ੍ਰਾਪਤੀ ਦਾ ਉਹਦੇ ਅੰਦਰ ਹਲਕ ਉੱਠਿਆ ਰਹਿੰਦਾ ਲੋਭ ਦਾ। ਹਲਕੇ ਕੁੱਤੇ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ? ਪਹਿਲਾਂ ਤਾਂ ਉਹ ਟਿਕ ਕੇ ਨਹੀਂ ਬਹਿੰਦਾ, ਭੱਜਿਆ ਹੀ ਫਿਰਦਾ, ਫਿਰ ਪਾਣੀ ਨੂੰ ਦੇਖ ਕੇ ਡਰਦਾ, ਫਿਰ ਆਪਣੇ ਮਾਲਕ ਨੂੰ ਵੀ ਵੱਢਣ ਤੋਂ ਗੁਰੇਜ਼ ਨਹੀਂ ਕਰਦਾ। ਹਲਕੇ ਕੁੱਤੇ ਦਾ ਇਹੀ ਸੁਭਾਅ, ਮੂੰਹ ਦੇ ਵਿੱਚ ਝੱਗ ਸੁੱਟਦਾ ਫਿਰਦਾ। ਇਹੋ ਨਿਸ਼ਾਨੀਆਂ ਸਿਆਣੇ ਪੁਰਖ ਦੱਸਦੇ ਆ ਵੀ ਕੁੱਤਾ ਹਲਕ ਗਿਆ। ਇਸੇ ਤਰ੍ਹਾਂ ਜਿਹੜਾ ਲੋਭੀ ਹੈ, ਲੋਭ ਦਾ ਹਲਕ ਜਿਹਦੇ ਅੰਦਰ ਉੱਠਿਆ, ਉਹ ਸਾਧ ਸੰਗਤ ਜੀ ਪਹਿਲਾਂ ਤਾਂ ਉਹਨੂੰ ਟਿਕਾ ਨਹੀਂ ਆਉਂਦਾ ਕਿਤੇ ਵੀ, ਇੱਧਰੋਂ ਵੀ ਪ੍ਰਾਪਤ ਕਰ ਲਾਂ, ਇੱਧਰੋਂ ਵੀ ਪ੍ਰਾਪਤ ਕਰ ਲਾਂ, ਭੱਜਿਆ ਦੌੜਿਆ ਹੀ ਰਹਿੰਦਾ। ਫਿਰ ਜਿਵੇਂ ਹਲਕਿਆ ਕੁੱਤਾ ਮੂੰਹ ਦੇ ਵਿੱਚੋਂ ਝੱਗ ਸੁੱਟਦਾ, ਇਸੇ ਤਰ੍ਹਾਂ ਲੋਭੀ ਬੰਦਾ ਬੋਲ ਕਬੋਲ ਬੋਲਦਾ ਦੂਜੇ ਲੋਕਾਂ ਨੂੰ, ਕਿਸੇ ਦੇ ਨਾਲ ਉਹਦੀ ਬੋਲੀ ਮਿੱਠੀ ਨਹੀਂ ਰਹਿੰਦੀ, ਨਿੰਦਿਆ ਰੂਪੀ ਝੱਗ ਮੂੰਹ ਦੇ ਵਿੱਚੋਂ ਹਰ ਵੇਲੇ ਸੁੱਟਦਾ ਰਹਿੰਦਾ।
ਜਿਵੇਂ ਪਾਣੀ ਨੂੰ ਦੇਖ ਕੇ ਹਲਕਿਆ ਕੁੱਤਾ ਭੱਜਦਾ, ਇਸੇ ਤਰ੍ਹਾਂ ਬਾਣੀ ਨੂੰ ਦੇਖ ਕੇ ਲੋਭੀ ਬੰਦਾ ਭੱਜ ਲੈਂਦਾ। ਜਿੱਥੇ ਸਤਸੰਗ ਹੋਵੇ ਨਾ, ਲੋਭੀ ਬੰਦਾ ਉੱਥੇ ਟਿਕ ਕੇ ਨਾ ਬਹਿ ਗਿਆ ਕਿਤੇ, ਕਿਉਂ? ਉੱਥੇ ਰੱਬ ਦੇ ਨਾਂ ਦੀ ਗੱਲ ਹੋਣੀ ਹੈ ਅਤੇ ਉਹਦੀ ਤਾਂ ਬਿਰਤੀ ਉਹ ਨਹੀਂ, ਉਹ ਤਾਂ ਮਾਇਆ ਦੇ ਵਿੱਚ ਲੱਗਿਆ ਹੋਇਆ। ਇਸੇ ਤਰ੍ਹਾਂ ਲੋਭੀ ਸਾਧ ਸੰਗਤ ਜੀ ਭੱਜਦਾ ਦੌੜਦਾ ਰਹਿੰਦਾ। ਹਲਕਿਆ ਕੁੱਤਾ ਜਿਵੇਂ ਆਪਣੇ ਮਾਲਕ ਨੂੰ ਵੀ ਵੱਢ ਲੈਂਦਾ, ਰੱਖਣ ਵਾਲਿਆਂ ਨੂੰ ਵੱਢਣ ਤੋਂ ਗੁਰੇਜ਼ ਨਹੀਂ ਕਰਦਾ, ਇਸੇ ਤਰ੍ਹਾਂ ਲੋਭੀ ਬੰਦਾ ਜਿਹੜਾ ਉਹ ਆਪਣੇ ਮਾਂ ਪਿਓ ਦੇ ਨਾਲ, ਸਕੇ ਭਰਾਵਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਵੀ ਠੱਗੀ ਮਾਰਨ ਤੋਂ ਗੁਰੇਜ਼ ਨਹੀਂ ਕਰਦਾ ਹੁੰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਵਾਨ ਹਲਕ, ਕੁੱਤੇ ਦੇ ਹਲਕ ਦੀ ਉਦਾਹਰਨ ਦਿੱਤੀ ਹੈ ਵੀ ਲੋਭ ਦੀ ਲਹਿਰ ਕੁੱਤੇ ਦੇ ਹਲਕਾ ਵਰਗੀ ਹੁੰਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਹਨ, ਲੋਭ ਲਹਿਰ ਤੇ ਛੂਟੇ ਤੇਈ। ਇਹ ਲੋਭ ਦੀ ਲਹਿਰ ਤੋਂ ਛੁਟਕਾਰਾ ਕਿਹਨਾਂ ਦਾ ਹੁੰਦਾ ਦੱਸਦੇ ਹਨ? ਸਾਧ ਸੰਗ ਗੁਣ ਗਾਇਆ। ਜਿਨ੍ਹਾਂ ਨੇ, ਜਿੱਥੇ ਭਾਈ ਆਪਾਂ ਬੈਠੇ ਹਾਂ, ਆਹ ਸਾਧ ਸੰਗਤ ਦੇ ਵਿੱਚ ਆ ਕੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕੀਤਾ ਹੈ, ਕਥਾ ਸੁਣੀ ਹੈ, ਕੀਰਤਨ ਸੁਣਿਆ, ਗੁਰੂ ਕੀ ਬਾਣੀ ਦਾ ਲਾਹਾ ਲਿਆ, ਉਹ ਲੋਭ ਦੀ ਲਹਿਰ ਤੋਂ ਛੁੱਟ ਜਾਂਦੇ ਆ। ਕਿਉਂਕਿ ਜਿਹਨੇ ਨਿੱਤਾ ਪ੍ਰਤੀ ਸੰਗਤ ਕਰਨੀ ਆ, ਨਿੱਤਾ ਪ੍ਰਤੀ ਗੁਰੂ ਦਾ ਉਪਦੇਸ਼ ਸੁਣਨਾ ਹੈ, ਉਹਦੇ ਉੱਤੇ ਹੌਲੀ 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 ਅਸਰ ਹੋਣਾ ਸ਼ੁਰੂ ਹੋ ਜਾਂਦਾ ਮਨ ਦੇ ਉੱਤੇ। ਜਿਵੇਂ ਸਾਧ ਸੰਗਤ ਜੀ ਖੂਹ ਦੀ ਮੌਣ ਦੇ ਉੱਤੇ ਜਿਹੜਾ ਰੱਸਾ ਖਿੱਚਿਆ ਜਾਂਦਾ ਨਾ, ਰੱਸਾ ਤਾਂ ਕਿੰਨਾ ਨਰਮ ਹੁੰਦਾ ਹੈ, ਅਤੇ ਆਸੇ ਪਾਸੇ ਲੱਗਿਆ ਹੋਇਆ ਜਿਹੜਾ ਪੱਥਰ ਇੱਟਾਂ ਉਹ ਤਾਂ ਬਹੁਤ ਕਠੋਰ ਹੁੰਦੀਆਂ, ਪਰ ਨਿੱਤਾ ਪ੍ਰਤੀ ਉਹ ਰੱਸਾ ਉੱਥੇ ਘੱਸਦਾ ਹੈ ਅਤੇ ਉੱਥੇ ਵੀ ਘਾਸੇ ਪਾ ਦਿੰਦਾ, ਨਿਸ਼ਾਨ ਪਾ ਦਿੰਦਾ ਡੂੰਘੇ। ਇਸੇ ਤਰ੍ਹਾਂ ਸੰਗਤ ਵਿੱਚ ਜਿੰਨਾ ਮਰਜ਼ੀ ਕੋਈ ਕਠੋਰ ਦਿਲ, ਪੱਥਰ ਦਿਲ ਵੀ ਆ ਕੇ ਬਹਿ ਜੇ, ਪਰ ਨੇਮ ਬਣਾ ਲਏ ਵੀ ਨਿੱਤਾ ਪ੍ਰਤੀ ਸੁਣਨਾ ਹੀ ਸੁਣਨਾ ਗੁਰੂ ਕਾ ਉਪਦੇਸ਼। ਅਤੇ ਸਾਧ ਸੰਗਤ ਜੀ ਹੌਲੀ ਹੌਲੀ ਗੁਰੂ ਕਾ ਉਪਦੇਸ਼ ਉਹ ਪੱਥਰ ਦਿਲ ਇਨਸਾਨ ਦੇ ਦਿਲ ਦੇ ਉੱਤੇ ਵੀ ਉਵੇਂ ਜਿਵੇਂ ਰੱਸਾ ਘਾਸੇ ਪਾ ਦਿੰਦਾ ਨਾ ਖੂਹ ਦੇ ਉੱਤੇ, ਇਸੇ ਤਰ੍ਹਾਂ ਸਾਧ ਸੰਗਤ ਜੀ ਸੰਗਤ ਦਾ ਅਸਰ ਹੌਲੀ 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 ਹੋਣਾ ਸ਼ੁਰੂ ਹੋ ਜਾਂਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਲੋਭ ਦੀ ਲਹਿਰ ਤੋਂ ਉਹੀ ਬੰਦਿਆਂ ਦਾ ਛੁਟਕਾਰਾ ਹੁੰਦਾ ਜਿਨ ਸਾਧ ਸੰਗਤ ਗੁਣ ਗਾਇਆ, ਜਿਹੜੇ ਨਿੱਤਾ ਪ੍ਰਤੀ ਸਤ ਸੰਗਤ ਕਰਦੇ ਹਨ, ਵਾਹਿਗੁਰੂ ਦੇ ਗੁਣ ਗਾਇਨ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਲਸ ਰਾਏ ਜੌਹਰੀ ਆ ਸੁਣ ਲਾ, ਜਿਹੜਾ ਆ ਤੇਰਾ ਗੋਲਾ, ਤੇਰਾ ਨੌਕਰ ਅਧਰਕਾ ਹੈ। ਇਹਨੇ ਇੰਨਾ ਮਨ ਨਿਰਮਲ ਕਰ ਲਿਆ ਕਿ ਆਪ ਨਾਰਾਇਣ ਮਾਨਾ। ਇਹਨੇ ਮੰਨ ਲਿਆ ਕਿ ਮੇਰੇ ਹਿਰਦੇ ਵਿੱਚ ਵਾਹਿਗੁਰੂ ਦਾ ਨਿਵਾਸ ਹੈ, ਵਾਹਿਗੁਰੂ ਨੂੰ ਇਸ ਨੇ ਆਪਣੇ ਅੰਦਰ ਵਸਦਾ ਅਨੁਭਵ ਕਰ ਲਿਆ ਹੈ। ਨਾਨਕ ਭਗਤਾਂ ਸੰਗ ਮਿਲਾਇਆ। ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਇਹਦੇ ਉੱਤੇ ਪ੍ਰਸੰਨਤਾ ਇੰਨੀ ਹੋਈ ਹੈ ਕਿ ਅਸੀਂ ਇਹਨੂੰ ਆਪਣੇ ਭਗਤਾਂ ਦੇ ਸੰਗ ਹੀ ਮਿਲਾ ਲਿਆ। ਕਿੱਡੇ ਕਿੱਡੇ ਵੱਡੇ ਭਗਤ ਸੰਸਾਰ ਦੇ ਵਿੱਚ ਹੋਏ ਹੈ, ਕਹਿੰਦੇ ਉਹਨਾਂ ਦੀ ਕਤਾਰ ਦੇ ਵਿੱਚ, ਉਹਨਾਂ ਦੀ ਸ਼੍ਰੇਣੀ ਦੇ ਵਿੱਚ ਤੇਰੇ ਨੌਕਰ ਨੂੰ ਰੱਖ ਲਿਆ ਹੈ। ਤੇ ਹੁਣ ਇਹਦੀ ਪਦਵੀ ਇੰਨੀ ਉੱਚੀ ਹੋ ਗਈ ਹੈ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਾ ਕੇ ਟਿਕ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨ ਸੁਣ ਕੇ ਸਾਲਸ ਰਾਏ ਜੌਹਰੀ ਨੇ ਹਿਰਦੇ ਵਿੱਚ ਵਿਚਾਰਿਆ ਕਿ ਇਹ ਕੋਈ ਆਮ ਸਾਧੂ ਮਹਾਤਮਾ ਨਹੀਂ ਹਨ, ਇਹ ਤੇ ਪਰਮੇਸ਼ਰ ਦੇ ਹੀ ਅਵਤਾਰ ਹਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਬਚਨਾਂ ਦੇ ਨਾਲ ਮੇਰਾ ਜਿਹੜਾ ਨੌਕਰ ਅਧਰਕ ਹੈ ਉਹਦੇ ਦੁੱਖ ਕੱਟੇ ਗਏ ਹਨ। ਸੋ ਇਹ ਜਿਹੜੇ ਮੁਕਤੀ ਦੇ ਦਾਤੇ, ਸੁੱਖਾਂ ਦੇ ਦਾਤੇ ਸਤਿਗੁਰੂ ਨਾਨਕ ਦੇਵ ਜੀ ਹਨ, ਇਹਨਾਂ ਨੇ ਸਾਰੇ ਦੁੱਖ ਕੱਟ ਦਿੱਤੇ ਹਨ। ਉਸ ਵੇਲੇ ਜਿਹੜਾ ਸਾਲਸ ਰਾਏ ਜੌਹਰੀ ਸੀ, ਥੋੜ੍ਹਾ ਬਹੁਤਾ ਜਿਹੜਾ ਇਹਦੇ ਵਿੱਚ ਹੰਕਾਰ ਸੀ ਉਹਨੂੰ ਵੀ ਬਿਲਕੁਲ ਛੱਡ ਕੇ ਦੀਨ ਨਿਮਾਣਾ ਨਿਤਾਣਾ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਕਮਲ ਫੁੱਲਾਂ ਵਰਗੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਕਹਿਣ ਲੱਗਾ ਮਹਾਰਾਜ ਮੇਰੇ ਨੌਕਰ ਦੀ ਤਾਂ ਤੁਸੀਂ ਗਤੀ ਮੁਕਤੀ ਕਰ ਦਿੱਤੀ ਆ, ਇਹਦਾ ਤਾਂ ਪਾਰ ਉਤਾਰਾ ਕਰ ਦਿੱਤਾ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਮੁਕਤ ਕਰ ਦਿਓ। ਮਹਾਰਾਜ ਆਪ ਜੀ ਮੁਕਤੀ ਦੇ ਦਾਤਾ ਹੋ।
ਜਗ ਬੰਧਨ ਤੇ ਕਰ ਛੁਟਕਾਰਾ। हे ਸਤਿਗੁਰੂ ਸੱਚੇ ਪਾਤਸ਼ਾਹ, ਸੰਸਾਰ ਦੇ ਬੰਧਨਾਂ ਤੋਂ ਮੇਰਾ ਛੁਟਕਾਰਾ ਕਰਾ ਦਿਓ। ਪਦ ਤੈ ਪਾਵਨ ਨਾਮ ਤੁਮਾਰਾ। ਕਿਉਂਕਿ ਮਹਾਰਾਜ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੁਹਾਡਾ ਨਾਮ ਹੈ। ਸ਼ਰਨ ਪਰੇ ਕੀ ਰੱਖੋ ਲਾਜਾ। ਮੈਂ ਤੁਹਾਡੀ ਸ਼ਰਨ ਪੈ ਗਿਆ ਤੇ ਸ਼ਰਨ ਪਰੇ ਦੀ ਲੱਜਿਆ ਰੱਖ ਲਓ। ਰਾਮ ਸੰਭ ਬਿਗੁਣ ਆਜਾ। ਮਹਾਰਾਜ ਅੱਜ ਦੇ ਸਮੇਂ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਆਪ ਜੀ ਦੇ ਸਮਾਨ, ਆਪ ਜੀ ਦੇ ਸਦਰਸ਼ ਬਰਾਬਰ ਮੈਂ ਨਹੀਂ ਕੋਈ ਦੇਖਿਆ। ਸ੍ਰੀ ਗੁਰੂ ਕਹਿ ਕਾਲ ਇਹੋ ਕੀਜੈ। ਸਤਿਗੁਰੂ ਕਹਿਣ ਲੱਗੇ, ਸਾਲ ਸਰਾਏ ਜੌਹਰੀ ਇਹ ਕੰਮ ਕਰ ਲੈ। ਨਿਜ ਬਿਨ ਕਰਕੇ ਚਰਨ ਮਹੀਜੈ। ਕੀ ਆਖਿਆ ਸਤਿਗੁਰੂ ਨੇ? ਕਹਿੰਦੇ ਸਾਲ ਸਰਾਏ ਜੇ ਮੁਕਤੀ ਚਾਹੁੰਨਾ ਤੇ ਆਪਣੇ ਨੌਕਰ ਦੇ ਚਰਨ ਫੜ ਲੈ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਗੁਰੂ ਦਾ ਹੰਕਾਰ ਕਰਨ ਦਾ, ਹੰਕਾਰ ਦੂਰ ਕਰਨ ਦਾ ਤਰੀਕਾ ਕੀ ਆ। ਸਾਲ ਸਰਾਏ ਜੌਹਰੀ ਨੂੰ ਇਹ ਹੈ ਵੀ ਮੈਂ ਮਾਲਕ ਹਾਂ ਤੇ ਇਹ ਮੇਰਾ ਨੌਕਰ ਆ, ਪਰ ਉਹਦੇ ਅੰਦਰ ਕਿਵੇਂ ਉਹਦੀ ਨਿਮਰਤਾ ਪਰਖ ਰਹੇ ਆ। ਕਬੀਰ ਕਸੌਟੀ RAM ਕੀ ਝੂਠਾ ਟਿਕੈ ਨਾ ਕੋਏ, RAM ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਜਦੋਂ ਵਾਹਿਗੁਰੂ ਦੀ ਕਸੌਟੀ ਲੱਗਦੀ ਹੈ ਨਾ, ਪਰਖ ਹੁੰਦੀ ਆ, ਕੋਈ ਮਰ ਜੀਵੜਾ ਹੀ ਪਾਸ ਹੁੰਦਾ ਉਸ ਵੇਲੇ। ਅੱਜ ਸਾਲ ਸਰਾਏ ਜੌਹਰੀ ਦੇ ਉੱਤੇ ਕਸੌਟੀ ਲੱਗੀ ਆ। ਸਤਿਗੁਰੂ ਸੱਚੇ ਪਾਤਸ਼ਾਹ ਅੱਜ ਇੱਕ ਨੌਕਰ ਦੀ ਪੂਜਾ, ਨੌਕਰ ਨੂੰ ਮੱਥਾ ਟਿਕਾਉਣ ਲੱਗੇ ਆ ਉਹਦੇ ਮਾਲਕ ਤੋਂ। ਤੇ ਗੁਰਮੁਖੋ ਇਹ ਗੁਰੂ ਘਰ ਦਾ ਬਿਰਧ ਹੀ ਹੈ। ਪਿੱਛੇ ਵੀ ਆਪਾਂ ਪੂਰਵੋਕਤ ਵਿਚਾਰ ਕਰ ਚੁੱਕੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਹਨ। 10ਵੇਂ ਜਾਮੇ ਵਿੱਚ ਵੇਖ ਲਓ, ਜਿਨ੍ਹਾਂ ਲੋਕਾਂ ਦੇ ਉੱਤੇ ਵੱਡੇ ਵੱਡੇ ਮੁਗਲ ਜਰਬਾਣੇ ਰਾਜ ਕਰਦੇ ਸਨ ਭਾਰਤ ਵਰਸ਼ ਦੇ ਲੋਕਾਂ ਦੇ ਉੱਤੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਤਰਸ ਆਇਆ ਨਾ, ਅੰਮ੍ਰਿਤ ਦੀ ਦਾਤ ਬਖਸ਼ ਕੇ ਉਹਨਾਂ ਨੂੰ 10 ਰਾਮਾਂ ਚੰਦਾਂ ਤੋਂ ਸਿੰਘ ਬਣਾ ਦਿੱਤਾ, ਬੀਬੀਆਂ ਨੂੰ ਕੌਰ ਬਣਾ ਦਿੱਤਾ, ਤੇ ਨਾਲ ਹੀ ਬਚਨ ਕੀਤੇ ਸਤਿਗੁਰੂ ਨੇ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਜੇ ਯਾਦ ਕਰੈ ਹਮਰੀ ਗੁਰਿਆਈ। ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਤਸ਼ਾਹੀਆਂ ਬਖਸ਼ਣੀਆਂ ਤਾਂ ਕਿ ਮੇਰੀ ਗੌਰਵਤਾ ਨੂੰ, ਆ ਗੁਰੂ ਨਾਨਕ ਦੇ ਘਰ ਦੀ ਗੁਰਤਾ ਗਦੀ ਨੂੰ ਹਮੇਸ਼ਾ ਚੇਤੇ ਰੱਖਣ। ਕਿੰਨਾ ਮਾਣ ਸਨਮਾਨ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਸਕਦੇ ਆ, ਇਹਦਾ ਗੁਰਮੁਖ ਪਿਆਰਿਓ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਪਤਾ ਨਹੀਂ ਰੱਬ ਨੇ ਸਾਧ ਸੰਗਤ ਜੀ ਕਦੋਂ ਕਿਸ ਉੱਤੇ ਕਿਸ ਪ੍ਰਕਾਰ ਦਾ ਵਕਤ ਲੈ ਆਉਣਾ। ਕਈ ਵਾਰ ਗੱਲਾਂ ਸੋਚੀਆਂ ਵੀ ਨਹੀਂ ਹੁੰਦੀਆਂ। ਐਸੀਆਂ ਗੱਲਾਂ ਵਾਹਿਗੁਰੂ ਪਰਮੇਸ਼ਰ ਇਹੋ ਜਿਹੇ ਭਾਣੇ, ਇਹੋ ਜਿਹੇ ਵਰਤਾਰੇ, ਇਹੋ ਜਿਹੀ ਕਲਾ, ਇਹੋ ਜਿਹੀ ਸ਼ਕਤੀ ਰੱਬ ਵਰਤਾ ਦਿੰਦਾ। ਭਿਖਾਰੀਆਂ ਨੂੰ ਰਾਜ ਕਰਨ ਲਾ ਦਿੰਦਾ ਤੇ ਰਾਜਿਆਂ ਨੂੰ ਭਿਖਾਰੀ ਮੰਗਣ ਵਾਲੇ ਬਣਾ ਦਿੰਦਾ। ਬਹੁਤੇ ਦੂਰ ਦੀ ਸਾਧ ਸੰਗਤ ਜੀ ਆਪਾਂ ਗੱਲ ਨਾ ਜਾਈਏ, ਇਤਿਹਾਸ ਦੇ ਵਿੱਚ ਤਾਂ ਬੜੇ ਪ੍ਰਮਾਣ ਆਪਾਂ ਲੈ ਸਕਦੇ ਹਾਂ। ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ, ਜਾਂ ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। ਸਤਿਗੁਰੂ ਵਿੱਚ ਸਮਰੱਥ ਹੈ। ਧਰਤੀ ਦੇ ਉੱਤੇ ਜਿਹੜੇ ਸਾਧ ਸੰਗਤ ਜੀ ਭਾਵ ਬਹੁਤ ਨੀਵੇਂ ਲੋਕ ਆ, ਉਹਨਾਂ ਨੂੰ ਆਕਾਸ਼ ਤੇ ਚੜਾ ਦੇਵੇ, ਭਾਵ ਵੱਡੀਆਂ ਪਦਵੀਆਂ ਬਖਸ਼ ਦੇਵੇ, ਉਹਦੀ ਲੀਲਾ ਹੈ। ਤੇ ਆਕਾਸ਼ ਚੜਿਆਂ ਨੂੰ, ਵੱਡੇ ਵੱਡੇ ਰੁਤਬੇ ਵਾਲਿਆਂ ਨੂੰ 1 ਮਿੰਟ ਦੇ ਵਿੱਚ, ਪਲ ਭਰ ਦੇ ਵਿੱਚ ਮਿੱਟੀ ਵਿੱਚ ਮਿਲਾ ਦੇਵੇ। ਪਤਾ ਨਹੀਂ ਵਾਹਿਗੁਰੂ ਨੇ ਸਾਧ ਸੰਗਤ ਜੀ ਕਿਹੜਾ ਰੰਗ, ਕਿਹੜਾ ਕੌਤਕ ਕਦੋਂ ਵਰਤਾ ਦੇਣਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ, ਅੱਗੇ ਕਥਾ ਉਹ ਆਉਣੀ ਆ। ਭਾਈ ਵਾਲੇ ਮਰਦਾਨੇ ਦੇ ਸੰਗ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਨੂੰ ਤਾਰਦੇ ਹੋਏ ਅੱਜ ਇੱਕ ਨਗਰ ਦੇ ਬਾਹਰ ਖੇਤਾਂ ਵਿੱਚ ਜਾ ਬਰਾਜੇ। ਸਤਿਗੁਰੂ ਨੇ ਬਚਨ ਕੀਤਾ, ਮਰਦਾਨਿਆਂ ਰਬਾਬ ਦਾ ਰਾਗ ਛੇੜ ਬਾਣੀ ਆਈ ਹੈ। ਮਰਦਾਨੇ ਨੇ ਰਬਾਬ ਦੀਆਂ ਤਰਬਾਂ ਨੂੰ ਛੇੜਿਆ, ਰਬਾਬ ਵਜਾਉਣੀ ਆਰੰਭੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਗੁਰਬਾਣੀ ਉਚਾਰਨ ਕਰਦਿਆਂ ਕਰਦਿਆਂ ਸ਼ਾਮ ਦਾ ਸਮਾਂ ਹੋ ਗਿਆ। ਨੇੜੇ ਹੀ ਇੱਕ ਆਜੜੀ ਛੋਟਾ ਜਿਹਾ ਬਾਲਕ ਭੇਡਾਂ ਬੱਕਰੀਆਂ ਚਾਰ ਰਿਹਾ ਸੀ। ਉਹਨੇ ਵੇਖਿਆ ਵੀ ਆ 3 ਸੰਤ ਖੇਤ ਦੀ ਵੱਟ ਦੇ ਉੱਤੇ ਹੀ ਬੈਠੇ ਐ, ਸਵੇਰ ਦੇ ਆਪਣੇ ਰੰਗ ਦੇ ਵਿੱਚ ਮਸਤ ਹੈ, ਭਜਨ ਕਰ ਰਹੇ ਹੈ, ਬੰਦਗੀ ਕਰ ਰਹੇ ਹੈ। ਇਹਨਾਂ ਨੇ ਕੁਝ ਖਾਧਾ ਪੀਤਾ ਨਹੀਂ, ਇਹਨਾਂ ਨੂੰ ਕੁਝ ਛਕਾਉਣਾ ਚਾਹੀਦਾ। ਸੋਚਿਆ ਹੋਰ ਤਾਂ ਮੇਰੇ ਕੋਲ ਇਸ ਵੇਲੇ ਕੁਝ ਨਹੀਂ, ਘਰ ਜਾਵਾਂਗਾ ਤੇ ਸਮਾਂ ਬਹੁਤ ਲੱਗ ਜਾਣਾ। ਉਹਨੇ ਕੀ ਕੀਤਾ, ਛੋਲਿਆਂ ਦੇ 4 ਬੂਟੇ ਪੱਟੇ ਤੇ ਉਹਨਾਂ ਦੀਆਂ ਹੋਲਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੀਆਂ। ਸਤਿਗੁਰੂ ਨੇ ਕੀ ਛਕਣਾ ਸੀ, ਭਾਈ ਵਾਲੇ ਮਰਦਾਨੇ ਨੇ ਛਕ ਲਈਆਂ।
ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਹੇਠਾਂ ਹੀ ਭੂਮ ਆਸਣ ਬੈਠਾ ਦੇਖਿਆ, ਇਹਨੇ ਹਰਾ ਹਰਾ ਘਾਹ ਲਿਆ ਕੇ ਨਰਮ ਨਰਮ ਉੱਥੇ ਵਿਛਾ ਦਿੱਤਾ। ਮਹਾਰਾਜ ਇਹਦੇ ਤੇ ਬਿਰਾਜਮਾਨ ਹੋ ਜਾ। ਸਤਿਗੁਰ ਸੱਚੇ ਪਾਤਸ਼ਾਹ ਬੈਠ ਗਏ। ਦੀ ਭਾਵਨਾ ਵੇਖ ਕੇ ਸ਼ਾਮ ਦਾ ਸਮਾਂ ਹੋਇਆ, ਰਾਤ ਦਾ, ਉੱਠ ਕੇ ਜਾਣ ਲੱਗਿਆ। ਮਹਾਰਾਜ ਕਹਿੰਦੇ ਕਿੱਥੇ ਚੱਲਿਆ ਬਾਲਕਾ? ਕਹਿਣ ਲੱਗਾ ਜੀ ਤੁਹਾਡੇ ਵਾਸਤੇ ਰਾਤ ਆਰਾਮ ਕਰਨਾ ਹੋਏਗਾ, ਕੋਈ ਲੇਫ ਨਿਹਾਲੀ, ਕੋਈ ਤਲਾਈ ਵਿਛਾਈ ਲੈ ਆਵਾਂ, ਕੋਈ ਚਾਦਰ, ਕੁਝ ਉੱਪਰ ਲੈਣ ਵਾਸਤੇ ਕੋਈ ਖੇਸ ਵਗੈਰਾ ਲੈ ਆਵਾਂ। ਅਤੇ ਨਾਲੇ ਮਹਾਰਾਜ ਤੁਹਾਡੇ ਸਾਥੀਆਂ ਨੇ ਤਾਂ ਕੁਝ ਨਾ ਕੁਝ ਛਕ ਲਿਆ ਅਤੇ ਤੁਸੀਂ ਤਾਂ ਛਕਿਆ ਵੀ ਕੁਝ ਨਹੀਂ, ਹੋਲਾਂ ਵੀ ਨਹੀਂ ਖਾਧੀਆਂ। ਘਰੋਂ ਕੋਈ ਨਾ ਕੋਈ ਭੋਜਨ ਪ੍ਰਸ਼ਾਦਾ ਰੁੱਖਾ ਸੁੱਖਾ ਜਿਸ ਤਰ੍ਹਾਂ ਦਾ ਉਹ ਲੈ ਆਵਾਂ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਬਾਲਕ ਦੀ ਭਾਵਨਾ ਤੋਂ ਪ੍ਰਸੰਨ ਹੋ ਕੇ ਬਚਨ ਕੀਤੇ। ਕਹਿੰਦੇ ਹੇ ਬਾਲਕੇ, ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ, ਤੂੰ ਆਓ ਬਹੁ ਸੁਲਤਾਨ। ਕਹਿੰਦੇ ਆ ਜਿਹੜਾ ਸੱਥਰ ਵਿਛਾਇਆ ਨਾ ਤੂੰ, ਹੇਠਾਂ ਘਾਹ ਵਿਛਾ ਦਿੱਤਾ, ਇਹੀ ਲੇਫ ਨਿਹਾਲੀਆਂ ਵਰਗਾ, ਮਖਮਲੀ ਗਦੇਲਿਆਂ ਵਰਗਾ ਸਾਡੇ ਵਾਸਤੇ। ਅਤੇ ਜਿਹੜੀ ਭਾਵਨਾ ਤੂੰ ਦਿਖਾਈ ਹੈ ਇਹੀ ਸਾਡੇ ਵਾਸਤੇ 36 ਪ੍ਰਕਾਰ ਦੇ ਪਕਵਾਨ ਹੈ, ਪਦਾਰਥ ਹੈ, ਸਾਨੂੰ ਹੋਰ ਦੀ ਲੋੜ ਨਹੀਂ। ਨਾਨਕ ਸਿਫਤੀ ਰੱਜਿਆ, ਮੈਨੂੰ ਭੁੱਖ ਕੋਈ ਨਹੀਂ, ਕਿਉਂਕਿ ਨਾਨਕ ਤਾਂ ਵਾਹਿਗੁਰੂ ਦੀਆਂ ਸਿਫਤਾਂ ਕਰ ਕਰਕੇ ਰੱਜਿਆ ਪਿਆ। ਤੂੰ ਆਓ ਬਹੁ ਸੁਲਤਾਨ, ਹੇ ਰਾਜਿਆ ਸੁਲਤਾਨਾ ਬਾਦਸ਼ਾਹ, ਤੂੰ ਮੇਰੇ ਕੋਲ ਬਹਿ ਜਾ। ਸਤਿਗੁਰੂ ਨੇ ਬਾਂਹ ਪਕੜ ਕੇ ਕੋਲ ਬਿਠਾ ਲਿਆ। ਭਾਈ ਮਰਦਾਨਾ ਭਾਈ ਪਾਲਾ ਬੜੇ ਹੈਰਾਨ ਆ ਵੀ ਗਰੀਬ ਜਾ ਇਹ ਬੱਚਾ ਹੈ, ਤਨ ਦੇ ਉੱਤੇ ਕੱਪੜੇ ਵੀ ਚੰਗੇ ਨਹੀਂ, ਭੇਡਾਂ ਬੱਕਰੀਆਂ ਚਾਰਨ ਵਾਲਾ, ਅਤੇ ਮਹਾਰਾਜ ਨੂੰ ਸੁਲਤਾਨ ਕਹੀ ਜਾਂਦੇ ਆ। ਪਰ ਗੁਰੂ ਦੀ ਗੱਤ ਕੌਣ ਜਾਣੇ। ਸਾਧ ਸੰਗਤ ਜੀ, ਅੱਧੀ ਰਾਤ ਤੋਂ ਬਾਅਦ ਉਹ ਬਾਲਕ ਨੂੰ ਸਤਿਗੁਰੂ ਨੇ ਆਗਿਆ ਦਿੱਤੀ, ਜਾ ਤੇਰੇ ਮਾਂ ਪਿਓ ਉਡੀਕਦੇ ਹੋਣਗੇ, ਘਰ ਚਲਿਆ ਜਾ। ਉਸੇ ਰਾਤ ਕੌਤਕ ਕੀ ਵਰਤਿਆ, ਉਸ ਸ਼ਹਿਰ ਦਾ, ਉਸ ਨਗਰ ਦਾ ਰਾਜਾ ਚੜ੍ਹਾਈ ਕਰ ਗਿਆ। ਘਰ ਵਿੱਚ ਔਲਾਦ ਕੋਈ ਨਹੀਂ ਸੀ। ਮੰਤਰੀ ਸੰਤਰੀ ਅੱਜ ਵਰਗੇ ਕਰਪਟ ਨਹੀਂ ਸਨ, ਇਮਾਨਦਾਰ ਸਨ। ਸਾਧ ਸੰਗਤ ਜੀ, ਉਹਨਾਂ ਨੇ ਆਪਸ ਵਿੱਚ ਇਹ ਮਤਾ ਪਕਾਇਆ, ਰਾਜੇ ਦੇ ਤਾਂ ਔਲਾਦ ਕੋਈ ਨਹੀਂ, ਅਤੇ ਆਪਣੇ ਵਿੱਚੋਂ ਜੇ ਕੋਈ ਰਾਜਗੱਦੀ ਦੇ ਉੱਤੇ ਬਹਿੰਦਾ ਤਾਂ ਇੱਕ ਦੂਜੇ ਦੇ ਨਾਲ ਈਰਖਾ ਹੋਏਗੀ ਵੀ ਫਲਾਣਾ ਬੈਠ ਗਿਆ, ਮੈਂ ਬੈਠਣਾ ਚਾਹੀਦਾ ਸੀ। ਇਸ ਕਰਕੇ ਕਹਿੰਦੇ ਤਰੀਕਾ ਵਰਤਦੇ ਆ, ਨਗਰ ਦੇ ਚਾਰੇ ਦਰਵਾਜ਼ੇ ਬੰਦ ਕਰ ਦਿਓ, ਚੌਥਾ ਇੱਕ ਖੋਲ੍ਹ ਲੈਂਦੇ ਆ। ਇੱਕ ਦਰਵਾਜ਼ੇ ਦੇ ਕੋਲ ਜਾ ਕੇ ਖੜ੍ਹ ਜਾਂਦੇ ਆ। ਸਵੇਰੇ ਅੰਮ੍ਰਿਤ ਵੇਲੇ ਜਿਹੜਾ ਵੀ ਬੰਦਾ ਸਾਡੇ ਨਗਰ ਵਿੱਚ ਸਭ ਤੋਂ ਪਹਿਲਾਂ ਪ੍ਰਵੇਸ਼ ਕਰਦਾ ਹੋਇਆ ਸਾਨੂੰ ਦਿਖਾਈ ਦੇ ਦਿੱਤਾ, ਉਹਨੂੰ ਆਪਾਂ ਰਾਜੇ ਦਾ ਅੱਗੇ ਵਾਰਸ ਬਣਾ ਦਿਆਂਗੇ। ਹੁਣ ਇਹ ਉਡੀਕ ਰਹੇ ਆ। ਉਧਰ ਬਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਮਹਿਜ ਕੁਝ ਘੰਟੇ ਸੰਗਤ ਕਰਕੇ ਆਇਆ। ਜਦੋਂ ਇਹਨਾਂ ਦੇ ਨੇੜੇ ਪਹੁੰਚਿਆ, ਇਹਨਾਂ ਨੇ ਆਉਂਦਾ ਵੇਖਿਆ, ਨਾਲ ਦੀ ਨਾਲ ਮੋਢਿਆਂ 'ਤੇ ਚੱਕ ਲਿਆ ਅਤੇ ਰਾਜਗੱਦੀ ਦੇ ਉੱਤੇ ਬਿਠਾ ਦਿੱਤਾ। ਸੁੰਦਰ ਵਸਤਰ ਭੂਖਣ ਗਹਿਣੇ ਪਹਿਨਾ ਕੇ ਜਦੋਂ ਰਾਜਗੱਦੀ ਦਾ ਤਿਲਕ ਲਾਉਣ ਲੱਗੇ ਨਾ, ਬਾਲਕ ਕਹਿੰਦਾ ਮੈਨੂੰ ਵਧਾਈਆਂ ਨਾ ਦਿਓ, ਮੇਰੇ ਤਿਲਕ ਨਾ ਲਾਓ, ਜਿਹਨੇ ਇਹ ਸਭ ਕੁਝ ਬਖਸ਼ਿਆ ਉਹਦੇ ਦਰਸ਼ਨ ਕਰੋ ਜਾ ਕੇ। ਫਿਰ ਬਾਹਰ-ਬਾਹਰ ਆ ਕੇ ਨਗਰ ਤੋਂ ਸਾਧ ਸੰਗਤ ਜੀ ਉਹ ਬਾਲਕ ਨੇ ਵੀ ਅਤੇ ਬਾਕੀ ਦੇ ਸਾਰੇ ਨਗਰ ਨੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ। ਗੁਰੂ ਦੀ ਮੌਜ ਹੈ ਭਾਈ। ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਰਾਜਾ ਬਣਾ ਦਿੱਤਾ। ਅਤੇ ਹੋਰ ਉਦਾਹਰਨਾਂ ਦੂਰ ਦੀਆਂ ਛੱਡੋ, ਅੱਜ ਤੁਸੀਂ ਦਿਨੇ ਖਬਰ ਪੜ੍ਹੀ ਹੋਊਗੀ ਉਹ ਨਵਜੋਤ ਸਿੱਧੂ ਵਾਲੀ। 34 ਸਾਲ ਪਹਿਲਾਂ ਗੁਨਾਹ ਕੀਤਾ, ਆਪਣੇ ਕ੍ਰਿਕਟਰ ਹੋਣ ਦੇ, ਵੱਡੇ ਹੋਣ ਦੇ ਮਾਣ ਦੇ ਵਿੱਚ ਪਾਰਕਿੰਗ ਦੇ ਪਿੱਛੇ ਲੜਾਈ ਕਰਕੇ ਕਿਸੇ ਦੇ ਮੁੱਕਾ ਮਾਰ ਕੇ ਮਾਰ ਦਿੱਤਾ ਕੋਈ ਬਜ਼ੁਰਗ ਬੰਦਾ। ਅਤੇ ਸਾਧ ਸੰਗਤ ਜੀ, ਵਾਹਿਗੁਰੂ ਦੇ ਘਰ ਦੇਰ ਹੈ, ਹਨੇਰ ਨਹੀਂ ਹੁੰਦਾ। ਅੱਜ 1 ਸਾਲ ਵਾਸਤੇ ਜੇਲ੍ਹ ਵਿੱਚ ਵੀ ਗਿਆ ਅਤੇ 1 ਲੱਖ ਜੁਰਮਾਨਾ ਵੀ ਹੋ ਗਿਆ। ਬੋਲੋ ਸਤਿਨਾਮ। ਵਾਹਿਗੁਰੂ ਦੇ ਘਰ ਦਾ ਪਤਾ ਕੋਈ ਨਹੀਂ, ਉਹਨੇ ਕਿਹੜੇ ਰੰਗਾਂ ਦੇ ਵਿੱਚ ਕਿਹਨੂੰ ਕਿੱਥੋਂ ਕਿੱਥੇ ਪਹੁੰਚਾ ਦੇਣਾ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਕਹਿੰਦੇ ਸਾਲਸਰਾਏ ਜੌਹਰੀ, ਜੇ ਤੂੰ ਮੁਕਤੀ ਚਾਹੁੰਦਾ ਹੈ, ਜੇ ਤੂੰ ਪਰਮ ਪਦਵੀ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਅਤੇ ਜਿਹੜਾ ਤੇਰਾ ਨੌਕਰ ਅਧਰਕਾ ਨਾ, ਇਹਦੇ ਚਰਨ ਫੜ ਲੈ। ਤੂੰ ਆਪਣੇ ਨੌਕਰ ਨੂੰ ਜਦੋਂ ਵੰਦਨਾ ਕਰੇਗਾ, ਨਮਸਕਾਰ ਕਰੇਗਾ, ਤਾਂ ਤੇਰੀ ਮੁਕਤੀ ਹੋਵੇਗੀ। ਔਰ ਸੰਸਾਰ ਦੇ ਵਿੱਚ ਜਿਹੜਾ ਫੇਰਾ ਹੈ, ਆਉਣ ਜਾਣ ਦਾ ਚੱਕਰ ਹੈ, ਇਹ ਤੇਰਾ ਮਿਟ ਜਾਏਗਾ, ਜਨਮ ਮਰਨ ਕੱਟਿਆ ਜਾਵੇਗਾ। ਸੁਣ ਕੇ ਸਾਲਸਰਾਏ ਜੌਹਰੀ, ਉਹ ਵੀ ਭਾਵਨਾ ਵਾਲਾ ਸੀ। ਇਹ ਨਹੀਂ ਸੋਚਿਆ ਵੀ ਮੈਂ ਨੌਕਰ ਦੇ ਪੈਰਾਂ ਨੂੰ ਹੱਥ ਕਿਉਂ ਲਾਵਾਂ, ਮੈਂ ਵੱਡਾ, ਮੈਂ ਮਾਲਕ ਹਾਂ। ਦੋਵੇਂ ਹੱਥ ਸਤਿਗੁਰੂ ਜੀ ਦੇ ਅੱਗੇ ਜੋੜੇ।
ਮਾਥਾ ਤੇ ਤੁਰੰਤ ਹੀ ਆਪਣੇ ਦਾਸ ਅਧਰਕੇ ਦੇ ਪੈਰਾਂ ਦੇ ਉੱਤੇ ਆਪਣਾ ਮੱਥਾ ਰੱਖ ਦਿੱਤਾ। ਬੋਲਿਓ ਫਲ ਸੋਭੈ ਫਲ ਦੀਨਾ। ਬਹੁਤ ਹੀ ਦੀਨ ਹੋ ਕੇ ਨਿਮਰਤਾਵਾਨ ਹੋ ਕੇ ਸਤਿਗੁਰੂ ਜੀ ਤਾਂ ਹੀ ਬੋਲਿਆ, ਏ ਜੋ ਦਾਸ ਮਮ ਖੁਦ ਪਰਵੀਨਾ। ਮਹਾਰਾਜ ਇਹ ਜਿਹੜਾ ਮੇਰਾ ਨੌਕਰ ਹੈ ਇਹ ਬੜਾ ਬੁੱਧੀਵਾਨ, ਬੜਾ ਸਿਆਣਾ ਸੂਝਵਾਨ ਹੈ। ਸੰਤਨ ਕੇ ਸਭ ਜਾਣੈ ਲਛਣ। ਮਹਾਰਾਜ ਇਹਦੇ ਵਿੱਚ ਸਾਰੇ ਹੀ ਸੰਤਾਂ ਵਾਲੇ ਗੁਣ, ਸੰਤਾਂ ਵਾਲੇ ਚਿੰਨ੍ਹ ਲੱਛਣ ਹਨ। ਕਰਮ ਧਰਮ ਕੇ ਵਿਖੇ ਵਿਚਛਣ। ਔਰ ਕਰਮ ਧਰਮ ਦੇ ਵਿੱਚ ਹੀ ਵੀ ਇਹ ਬੜਾ ਸੂਝਵਾਨ ਸਿਆਣਾ ਚਤੁਰ ਹੈ, ਮਹਾਂਪੁਰਖਾਂ ਵਾਂਗੂ। ਯਾਦ ਕੀ ਕਰਨਾ ਹੋਈ। ਮਹਾਰਾਜ ਇਹਦੇ ਵਿੱਚ ਤਾਂ ਪਹਿਲਾਂ ਹੀ ਇੰਨੇ ਗੁਣ ਸੀ, ਦੂਜੀ ਇਹਦੇ ਉੱਤੇ ਆਪ ਜੀ ਦੀ ਕਿਰਪਾ ਵੀ ਬੜੀ ਹੋ ਗਈ ਹੈ। ਬੰਧਨ ਯੋਗ ਪਰੇ ਹੈ ਸੋਈ। ਇਸ ਕਰਕੇ ਮਹਾਰਾਜ ਇਹ ਤਾਂ ਹੈ ਹੀ ਬੰਦਨਾ ਕਰਨੇ ਯੋਗ ਹੈ। ਆਪ ਜੀ ਨੇ ਇਹਦੇ ਉੱਤੇ ਬਖਸ਼ਿਸ਼ ਕਰ ਦਿੱਤੀ, ਇਹ ਨਮਸਕਾਰ ਕਰਨ ਦੇ ਯੋਗ ਹੈ। ਇਸ ਕਰਕੇ ਮੈਂ ਨਮਸਕਾਰ ਕਰ ਰਿਹਾ ਹਾਂ। ਆਵਜੇ ਦਾਰੋ ਚਰਨ ਸੁਵਾਨਾ। ਮਹਾਰਾਜ ਆਪ ਜੀ ਤਾਂ ਕਿਸੇ ਕੁੱਤੇ ਦੇ ਉੱਤੇ ਵੀ ਅੰਮ੍ਰਿਤ ਦ੍ਰਿਸ਼ਟੀ ਕਰਦੇ ਹੋ ਨਾ, ਤੇ ਉੱਥੇ ਕਹੋ ਸਾਲਸਰਾਏ ਜੌਹਰੀ ਨੂੰ ਵੀ ਆ ਕੁੱਤੇ ਨੂੰ ਮੱਥਾ ਟੇਕ ਦੇ। ਮਹਾਰਾਜ ਮੈਂ ਤਾਂ ਉੱਥੇ ਵੀ ਮੱਥਾ ਨਿਵਾ ਦੇਵਾਂਗਾ। ਤਦਬਨਾ ਆਇਸ ਕਰਮੋ ਹਨਾ। ਤਾਂ ਵੀ ਮਹਾਰਾਜ ਮੈਂ ਤੁਹਾਡੀ ਆਗਿਆ ਦੀ ਉਲੰਘਣਾ ਨਹੀਂ ਕਰਾਂਗਾ। ਬਾਤ ਬਿਗਸੇ ਪੰਕਜ ਬਦਨਾ। ਸਤਿਗੁਰੂ ਸੱਚੇ ਪਾਤਸ਼ਾਹ ਕਮਲ ਵਰਗਾ ਮੁਖੜਾ ਉਹਨਾਂ ਦਾ ਖਿੜ ਗਿਆ, ਬੜੇ ਖੁਸ਼ ਹੋਏ ਸਾਲਸਰਾਏ ਜੌਹਰੀ ਦੇ ਬਚਨ ਸੁਣ ਕੇ। ਐ ਤਬ ਬੰਧਨ ਭੈ ਕਦਨਾ। ਸਤਿਗੁਰੂ ਨੇ ਕਿਰਪਾ ਕੀਤੀ, ਕਹਿੰਦੇ ਲੈ ਸਾਲਸਰਾਏ ਜੌਹਰੀ ਤੂੰ ਇੰਨੀ ਨਿਮਰਤਾ ਦਿਖਾਈ ਆ, ਤੇਰੇ ਵੀ ਜਿਹੜੇ ਬੰਧਨ ਉਹ ਕੱਟੇ ਗਏ। ਨਿਰੰਕਾਰ ਕੋ ਬੰਧਨ ਕਰੀਏ। ਹਮੇਸ਼ਾ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਨਮਸਕਾਰ ਕਰੀ। ਉਰਤੇ ਸਰਬ ਪਰਮਾ ਪਰ ਹਰੀਏ। ਔਰ ਹਿਰਦੇ ਵਿੱਚੋਂ ਸਭ ਪ੍ਰਕਾਰ ਦੇ ਭਰਮ ਭੁਲੇਖੇ ਚੱਕ ਦੇ। ਸੋਨਾ ਸਾਲਸ ਕੀਨੀ ਅਸ਼ਟਾਂਗ। ਇਉਂ ਸਤਿਗੁਰੂ ਜੀ ਤੋਂ ਉਪਦੇਸ਼ ਸੁਣ ਕੇ ਸਾਲਸਰਾਏ ਜੌਹਰੀ ਨੇ ਵੀ ਅਸ਼ਟਾਂਗ 8 ਅੰਗ ਧਰਤੀ ਦੇ ਉੱਤੇ ਲਾ ਕੇ ਡੰਡੌਤ ਬੰਦਨਾ ਕਰ ਦਿੱਤੀ ਮਹਾਰਾਜ ਨੂੰ। ਉਸਤਤ ਮਨ ਹੀ ਮਨ ਅਨੁਰਾਗਾ। ਔਰ ਮਨ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬੜਾ ਪ੍ਰੇਮੀ ਹੋ ਗਿਆ, ਸਤਿਗੁਰੂ ਜੀ ਦੀ ਉਸਤਤੀ ਵਡਿਆਈ ਕਰਦਾ ਹੈ। ਸ੍ਰੀ ਨਾਨਕ ਕਰੁਣਾਨਿਧ ਸੁਆਮੀ। ਹੇ ਸ਼ੋਭਾ ਵਾਲੇ ਸਤਿਗੁਰੂ ਨਾਨਕ ਦੇਵ ਜੀ, ਆਪ ਜੀ ਕਰੁਣਾਨਿਧ ਕਿਰਪਾ ਦੇ ਖਜ਼ਾਨੇ ਸੁਆਮੀ ਮਾਲਕ ਹੋ। ਲੋਕ ਪਦ ਅੰਤਰ ਜਾਮੀ। ਤਿੰਨਾਂ ਲੋਕਾਂ ਦੇ ਪਤੀ ਹੋ, ਮਾਲਕ ਹੋ, ਤੇ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹੋ। ਸੁਖਦਾਇਕ ਸੇਵਕ ਦੇ ਪਕਾਇਕ। ਸੇਵਕਾਂ ਨੂੰ, ਦਾਸਾਂ ਨੂੰ, ਸਿੱਖਾਂ ਨੂੰ ਸਦਾ ਹੀ ਸੁਖਦਾਇਕ ਹੋ, ਸੁਖ ਦੇਣ ਵਾਲੇ ਹੋ। ਤੇ ਜਿਹੜੇ ਵੈਰੀ ਹੈ ਉਹਨਾਂ ਨੂੰ ਘਾਇਕ, ਉਹਨਾਂ ਨੂੰ ਖਤਮ ਕਰਨ ਵਾਲੇ, ਨਾਸ਼ ਕਰਨ ਵਾਲੇ ਹੋ। ਬੋਲਨ ਦਰਸ਼ਨ ਤੁਮ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮੋਹ ਰੂਪੀ ਨਿਸ਼ਾਨਾ ਨਾ, ਉਹਦੇ ਉੱਤੇ ਆਪ ਜੀ ਦੇ ਜਿਹੜੇ ਉਪਦੇਸ਼ ਰੂਪੀ ਬਚਨ ਉਹ ਤੀਰਾਂ ਵਾਂਗੂ ਵੱਜਦੇ ਹਨ। ਮਹਾਰਾਜ ਸੁਰ ਨਾਇਕ ਨਾਇਕ। ਮਹਾਰਾਜ ਆਪ ਜੀ ਤਾਂ ਸੁਰ ਨਾਇਕ, ਦੇਵਤਿਆਂ ਦਾ ਜਿਹੜਾ ਨਾਇਕ ਇੰਦਰ ਰਾਜਾ ਉਹਦੇ ਵੀ ਮਾਲਕ ਹੋ। ਅਜੀਤ ਬਸੀ ਇੱਕ ਸਾਇਕ। ਮਹਾਰਾਜ ਆਪ ਜੀ ਅਜਿੱਤ ਹੋ, ਬਸੀ ਇੱਕ ਪਾਇਕ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਅਜਿੱਤ ਹੋ, ਕਿਸੇ ਤੋਂ ਜਿੱਤੇ ਨਹੀਂ ਜਾਂਦੇ, ਪਰ ਭਗਤਾਂ ਦੇ ਵਸ ਵਿੱਚੋਂ ਭਗਤ ਤੁਹਾਨੂੰ ਭਗਤੀ ਕਰਕੇ, ਪ੍ਰੇਮ ਕਰਕੇ ਜਿੱਤ ਲੈਂਦੇ ਹਨ। ਉਦੋਂ ਸੀਸ ਗਜ ਡੇਢ ਚੀਰੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ 1.5 ਗਜ ਦਾ ਇੱਕ ਚੀਰਾ, ਇੱਕ ਪਰਨਾ ਕੱਪੜਾ ਸੀ ਉਸ ਵੇਲੇ ਸਿਰ ਤੇ ਬੰਨਣ ਵਾਲਾ। ਸਤਿਗੁਰ ਸੱਚੇ ਪਾਤਸ਼ਾਹ ਨੇ ਉਸੇ ਪਾਲੀ ਉਹਦਾ ਸਿਰੋਂ ਪਾਓ ਸਾਲਸਰਾਏ ਜੌਹਰੀ ਨੂੰ ਦੇ ਦਿੱਤਾ। ਸਤਿਗੁਰੂ ਜੀ ਤੋਂ ਸਿਰੋਂ ਪਾਓ ਲੈ ਕੇ ਸਾਲਸਰਾਏ ਜੌਹਰੀ ਨੇ ਆਦਰ ਸਤਿਕਾਰ ਦੇ ਸਹਿਤ ਆਪਣੇ ਸਿਰ ਦੇ ਉੱਤੇ ਬੰਨ੍ਹ ਲਿਆ। ਸਿਰੋਂ ਪਾਓ ਅੱਜ ਵੀ ਆਪਾਂ ਨੂੰ ਗੁਰੂ ਘਰਾਂ ਵਿੱਚੋਂ ਮਿਲਦੇ ਆ। ਕੋਈ ਸੇਵਾ ਕੀਤੀ ਹੋਵੇ, ਕਿਸੇ ਨੇ ਅਖੰਡ ਪਾਠ ਸਾਹਿਬ ਕਰਵਾਇਆ, ਸਹਿਜ ਪਾਠ ਸਾਹਿਬ ਕਰਾਇਆ, ਜਾਂ ਹੋਰ ਕੋਈ ਸੇਵਾ ਦੇ ਵਿੱਚ ਯੋਗਦਾਨ ਪਾਇਆ, ਤੇ ਸਾਧ ਸੰਗਤ ਜੀ ਉਸ ਵੇਲੇ ਸਿਰੋਂ ਪਾਓ ਮਿਲਦੇ ਆ। ਪਰ ਜਿਨ੍ਹਾਂ ਨੂੰ ਸਿਰੋਂ ਪਾਓ ਦੀ ਮਹਾਨਤਾ ਦਾ ਪਤਾ ਨਹੀਂ ਹੁੰਦਾ ਨਾ ਭਾਈ, ਉਹ ਕੀ ਕਰਦੇ ਆ, ਸਿਰੋਂ ਪਾਓ ਮਿਲਦਾ ਬਾਅਦ ਵਿੱਚ ਹੈ, ਗਲ ਵਿੱਚੋਂ ਲਾ ਕੇ ਪਹਿਲਾਂ ਥੱਲੇ ਧਰਤੀ ਉੱਤੇ ਹੀ ਰੱਖ ਲੈਂਦੇ ਆ, ਪੈਰਾਂ ਵਿੱਚ ਟਿਕਾ ਲੈਣਗੇ। ਇਹ ਗੁਰੂ ਕਾ ਸਿਰੋਂ ਪਾਓ ਹੈ, ਇਹਦਾ ਮਾਣ ਸਨਮਾਨ ਕਰਨਾ ਚਾਹੀਦਾ। ਔਰ ਹਮੇਸ਼ਾ ਮਾਣ ਸਨਮਾਨ ਦੇ ਨਾਲ ਸਿਰ ਦੇ ਉੱਤੇ, ਜਿਵੇਂ ਸਾਲਸਰਾਏ ਜੌਹਰੀ ਨੇ ਬੰਨ੍ਹ ਲਿਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਰੋਂ ਪਾਓ ਸਿਰ ਦੇ ਉੱਤੇ ਬੰਨ੍ਹਣ ਵਾਸਤੇ ਵਰਤ ਸਕਦੇ ਆ। ਕਦੇ ਸਿਰੋਂ ਪਾਓ ਨੂੰ ਤੇੜ ਨਹੀਂ ਬੰਨੀਦਾ। ਕਦੇ ਸਿਰੋਂ ਪਾਓ ਜਦੋਂ ਪੁਰਾਣਾ ਹੋ ਜਾਵੇ ਉਹਦੇ ਨਾਲ ਮੋਟਰਸਾਈਕਲ ਗੱਡੀਆਂ ਨਹੀਂ ਸਾਫ਼ ਕਰੀ ਦੀਆਂ, ਕਿਉਂਕਿ ਗੁਰੂ ਕਾ ਸਿਰੋਂ ਪਾਓ ਹੈ, ਇਹਦਾ ਮਾਣ ਸਨਮਾਨ ਕਰਨਾ ਚਾਹੀਦਾ।
ਸੋ ਜਿਹੜਾ ਸਿਰੋਂ ਪਾਉ ਸਤਿਗੁਰੂ ਨੇ ਦਿੱਤਾ, ਸਾਲਸਰਾਏ ਜੌਹਰੀ ਨੇ ਆਪਣੇ ਸੀਸ ਤੇ ਧਾਰਨ ਕਰ ਲਿਆ। ਜਿਉਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਸਿਰੋਂ ਪਾਉ, ਸਾਲਸਰਾਏ ਜੌਹਰੀ ਨੇ ਸਿਰ ਦੇ ਉੱਤੇ ਲਾਇਆ, ਸਿਰ ਦੇ ਨਾਲ ਸੁਹਾਇਆ। ਤਤਸ਼ਨੀ ਸਾਰੇ ਕਪਾਟ ਭੜਮ ਦੇ ਪਰਦੇ ਖੁੱਲ ਗਏ। ਗਿਆਨ ਦਾ ਆਨੰਦ ਹੋ ਗਿਆ, ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪੂਰਨ ਹੋ ਗਿਆ। ਹੋਰ ਤਰ੍ਹਾਂ ਦਾ ਹੀ ਠਾਠ ਬਣ ਗਿਆ, ਠਾਠ ਬਾਠ ਹੋਰ ਤਰ੍ਹਾਂ ਦਾ ਹੀ ਬਣ ਗਿਆ। ਕਿਸ ਤਰ੍ਹਾਂ ਦਾ ਆਇਆ ਸੀ, ਮੈਂ ਸ਼ਾਹੂਕਾਰ ਹਾਂ, ਮਾਨ ਹੰਕਾਰ ਦੇ ਵਿੱਚ ਆਇਆ ਸੀ, ਪਰ ਨਿਮਰਤਾਵਾਨ ਹੋ ਕੇ ਬ੍ਰਹਮ ਗਿਆਨੀ ਬਣ ਕੇ ਹੋਰ ਤਰ੍ਹਾਂ ਦਾ ਹੀ ਠਾਠ ਬਾਠ ਬਣ ਗਿਆ, ਆਨੰਦ ਵਾਲਾ। ਉਸੇ ਵੇਲੇ ਨਿਹਾਲੋ ਨਿਹਾਲ ਹੋ ਗਿਆ ਸਾਲਸਰਾਏ ਜੌਹਰੀ। ਸਤਿਗੁਰੂ ਨਾਨਕ ਦੇਵ ਜੀ ਦੀ ਮਾਇਆ ਦੇ ਨਾਲ, ਕਿਰਪਾ ਦੇ ਨਾਲ ਮਨ ਦੇ ਵਿੱਚ ਬਹੁਤ ਪ੍ਰੇਮ ਉਮੜ ਪਿਆ, ਬੜਾ ਪ੍ਰੇਮ ਪੈਦਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਨ ਲੱਗਿਆ। ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਦਾਨ ਦੇ ਕੇ ਮੇਰੇ ਸਾਰੇ ਕਪਾਟ ਖੋਲ ਦਿੱਤੇ, ਅਗਿਆਨਤਾ ਚੱਕ ਦਿੱਤੀ ਹੈ। ਇੱਕ ਜਿਹੜਾ ਐਸਾ ਬਣਜ ਅੱਜ ਮੈਂ ਕਰ ਲਿਆ, ਵਪਾਰ ਕਰ ਲਿਆ ਹੈ। ਸਾਰੀ ਉਮਰ ਹੀਰੇ ਮੋਤੀ ਜਵਾਹਰਾਤਾਂ ਲਾਲਾਂ ਦਾ ਤਾਂ ਵਪਾਰ ਕਰਦਾ ਹੀ ਆਇਆ ਸੀ, ਪਰ ਅੱਜ ਜਿਹੜਾ ਮੈਂ ਇੱਕ ਵਣਜ ਵਪਾਰ ਕੀਤਾ ਹੈ, ਇਹ ਨਾਮ ਦੇ ਵਪਾਰ ਦੇ ਵਿੱਚ ਕਦੇ ਮੁੜ ਕੇ ਘਾਟਾ ਨਹੀਂ ਪਵੇਗਾ। ਸਤਿਗੁਰੂ ਨਾਨਕ ਦੇਵ ਜੀ ਪੂਰਨ ਸਤਿਗੁਰੂ ਹਨ ਤੇ ਬਚਨ ਦੇ ਸੂਰੇ ਸੂਰਬੀਰ ਹਨ, ਯੋਧੇ ਹਨ। ਵਿਸ਼ਰਾਮ ਦੇ ਕੇ ਅੱਗੇ ਫਿਰ ਉਚਾਰਦਾ ਹੈ, ਜਿਹੜੇ ਵੇਦਾਂ ਧਰਮ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਤਤ ਸਿਧਾਂਤ ਹੈ, ਸਤਿਗੁਰੂ ਜੀ ਨੇ ਸਾਰਾ ਹੀ ਜਣਾ ਦਿੱਤਾ, ਸਾਰੇ ਦੀ ਸੋਝੀ ਬਖਸ਼ ਦਿੱਤੀ ਹੈ। ਔਰ ਅਨੰਤ ਹੀ ਨੇਤਰ, ਇੱਕ ਤਾਂ ਆਪਣੇ ਆ ਦੋ ਨੇਤਰ ਹੈ ਨਾ, ਸਾਰਿਆਂ ਦੇ ਦੋ ਦੋ ਅੱਖਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਗਿਆਨ ਦੀ ਬਖਸ਼ਿਸ਼ ਕਰਦੇ ਆ, ਜਦੋਂ ਵਾਹਿਗੁਰੂ ਦੇ ਦਰਸ਼ਨ ਕਰਾਉਂਦੇ ਆ, ਉਹ ਇਹਨਾਂ ਨੇਤਰਾਂ ਦਾ ਵਿਸ਼ਾ ਨਹੀਂ ਹੈ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ, ਬਿਆਨ ਨਾਮ ਹੈ ਦੂਜੇ ਦਾ। ਉਹ ਅੱਖਾਂ ਹੋਰ ਹੈ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨ ਹੁੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਅਨੰਤ ਹੀ ਨੇਤਰ, ਜਿਹੜੇ ਪਾਰਾਵਾਰ ਤੋਂ ਰਹਿਤ ਨੇਤਰ ਹੈ, ਬੇਅੰਤ ਨੇਤਰ ਖੋਲ ਦਿੱਤੇ। ਸਾਰਾ ਜਿਹੜਾ ਸੰਸਾਰ ਹੈ ਇਹ ਵਣਜਾਰਾ ਹੈ, ਵਪਾਰੀ ਹੈ, ਪਰ ਜਿੱਥੋਂ ਉਹਨਾਂ ਨੂੰ ਵਣਜ ਸੌਦਾ ਮਿਲਣਾ, ਸ਼ਾਹੂਕਾਰ ਤਾਂ ਇੱਕੋ ਵਾਹਿਗੁਰੂ ਮਾਲਕ ਹੈ। ਸਾਡਾ ਜਿਹੜਾ ਵਣਜ ਵਪਾਰ ਸਤਿਗੁਰੂ ਜੀ ਨਾਲ ਹੈ, ਤੇ ਅਸੀਂ ਜਿਹੜਾ ਇਕੱਤਰ ਕੀ ਕਰਦੇ ਹਾਂ, ਪੂੰਜੀ ਜਿਹੜੀ ਧਨ ਮਾਇਆ, ਉਹ ਕਿਹੜੀ ਇਕੱਤਰ ਕਰਦੇ ਹਾਂ, ਉਹ ਨਾਮ ਹੈ। ਅੱਠੇ ਪਹਿਰ ਜਿਹੜੇ ਵਾਹਿਗੁਰੂ ਦੇ ਨਾਮ ਦੀ ਧੁਨੀ ਲੱਗੀ ਰਹਿੰਦੀ ਹੈ। ਵਾਹਿਗੁਰੂ ਦੇ ਨਾਮ ਦੀ ਧੁਨ ਦੇ ਵਿੱਚ ਮਨ ਨੂੰ ਟਿਕਾ ਕੇ ਰੱਖਣਾ, ਇਹੀ ਸਾਡਾ ਕੰਮ ਹੈ। ਸਾਲਸਰਾਏ ਜੌਹਰੀ ਬੇਨਤੀ ਕਹਿੰਦਾ ਹੈ, ਇਹ ਕਰਤਾ ਅਕਾਲ ਪੁਰਖ ਵਾਹਿਗੁਰੂ ਸਰੂਪ ਗੁਰੂ ਨਾਨਕ ਦੇਵ ਜੀ, ਸੁਣ ਲਈਏ। ਆਪ ਜੀ ਨੇ ਕਿਰਪਾ ਕਰ ਦਿੱਤੀ ਹੈ, ਕੱਚਾ ਜਿਹੜਾ ਕਸੁੰਬੇ ਦਾ ਰੰਗ ਹੈ ਉਹਨੂੰ ਉਤਾਰ ਕੇ ਗੂੜਾ ਮਜੀਠਾ ਰੰਗ ਨਾਮ ਦਾ ਮੈਨੂੰ ਚਾੜ ਦਿੱਤਾ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਪ੍ਰਸੰਨਤਾ ਕੀਤੀ ਇਹਦੇ ਉੱਤੇ, ਬਹੁਤ ਪ੍ਰਸੰਨਤਾ ਦੇ ਘਰ ਵਿੱਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੰਜੀ ਦੀ ਬਖਸ਼ਿਸ਼ ਕਰ ਦਿੱਤੀ। ਮੰਜੀ ਤੋਂ ਭਾਵ ਇੱਥੇ ਗੁਰਤਾ ਗਦੀ ਨਹੀਂ ਲੈਣਾ, ਗੁਰਮੁਖਤਾਈ ਦੀ ਮੰਜੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਜਿੱਥੇ ਵੀ ਜਾਂਦੇ, ਉੱਥੇ ਸਿੱਖਾਂ ਨੂੰ ਜਿਹੜੇ ਚੰਗੇ ਅਧਿਕਾਰੀ ਹੁੰਦੇ, ਬ੍ਰਹਮ ਗਿਆਨ ਦੀ ਦਾਤ ਦੇ ਕੇ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਘਰ ਦੇ ਨਾਲ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨ ਦੀ ਉਹਨਾਂ ਦੀ ਡਿਊਟੀ ਲਾ ਦਿੰਦੇ ਸਨ। ਇਉਂ ਸਤਿਗੁਰੂ ਨੇ ਜਗ੍ਹਾ ਜਗ੍ਹਾ ਦੇ ਉੱਤੇ ਗੁਰਮੁਖਾਂ ਦੀਆਂ ਡਿਊਟੀਆਂ, ਜ਼ਿੰਮੇਵਾਰੀਆਂ ਲਾਈਆਂ, ਜਿਨ੍ਹਾਂ ਨੂੰ ਮੰਜੀ ਬਰਦਾਰ ਕਿਹਾ ਜਾਂਦਾ ਸੀ। ਸੋ ਇਉਂ ਸਤਿਗੁਰੂ ਜੀ ਮੰਜੀ ਜਾਂ ਜ਼ਿੰਮੇਵਾਰੀ ਬਖਸ਼ਦੇ ਸੀ।
ਉਸ ਤੋਂ ਬਾਅਦ ਵੀ ਬਾਕੀ ਜਾਮਿਆਂ ਵਿੱਚ ਵੀ ਆਪਾਂ ਤੀਜੇ ਪਾਤਸ਼ਾਹ ਵੇਲੇ ਵੀ ਵੇਖਦੇ ਹਾਂ 22 ਮੰਜੀਆਂ 52 ਪੀੜ੍ਹੇ ਬੀਬੀਆਂ ਨੂੰ ਵੀ ਬਰਾਬਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਮਤਿ ਪ੍ਰਚਾਰ ਕਰਨ ਦਾ ਅਧਿਕਾਰ ਬਖਸ਼ਿਆ। ਔਰ ਅੱਜ ਤੱਕ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਜ਼ਾਰ ਮਾਈ ਸੇਵਾ ਜਾਂਦੇ ਆ ਨਾ, ਬਾਜ਼ਾਰ ਦਾ ਨਾਮ ਜਾਣਦੇ ਆ, ਬਾਜ਼ਾਰ ਮਾਈ ਸੇਵਾ। ਉਹ ਮਾਈ ਸੇਵਾ ਕੌਣ ਸੀ? ਕਾਬਲ ਕੰਧਾਰ ਤੋਂ ਬੀਬੀ ਨੇ ਸ਼੍ਰੀ ਹਰਿਮੰਦਰ ਸਾਹਿਬ ਜਿਸ ਵੇਲੇ ਸੇਵਾ ਹੁੰਦੀ ਸੀ ਅੰਮ੍ਰਿਤ ਸਰੋਵਰ, ਇੱਥੇ ਚੱਲ ਕੇ ਆਉਣਾ। ਕਾਬਲ ਕੰਧਾਰ ਕਿੱਥੇ ਹੈ ਤੇ ਅੰਮ੍ਰਿਤਸਰ ਸ਼ਹਿਰ ਕਿੱਥੇ ਹੈ? ਆਉਂਦੀ ਕਿਵੇਂ ਸੀ? ਸਤਿਗੁਰੂ ਨੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਹੋਈ ਸੀ। ਉੱਥੋਂ ਬੀਬੀ ਨੇਤਰ ਬੰਦ ਕਰਦੀ, ਧਿਆਨ ਦੇ ਨਾਲ ਅੰਮ੍ਰਿਤਸਰ ਸਾਹਿਬ ਆ ਪ੍ਰਗਟ ਹੁੰਦੀ। ਔਰ ਪਿੱਛੇ ਮਾਈ ਸੇਵਾ ਆਪਣਾ ਬਹੁਤ ਛੋਟੀ ਉਮਰ ਦਾ ਬੱਚਾ ਭੰਗੂੜੇ ਵਿੱਚ ਪਾ ਕੇ ਆਉਂਦੀ ਕਿ ਗੁਰੂ ਘਰ ਵਿੱਚ ਸੇਵਾ ਚੱਲ ਰਹੀ ਹੈ, ਮੈਂ ਸੇਵਾ ਕਮਾ ਲਵਾਂ। ਅਤੇ ਬਾਲਕ ਜਦੋਂ ਰੋਂਦਾ, ਧਿਆਨ ਦੇ ਨਾਲ ਹੀ ਮਾਈ ਕੀ ਕਰਦੀ? ਮਾਈ ਸੇਵਾ ਐ ਹਵਾ ਵਿੱਚ ਹੱਥ ਹਿਲਾ ਕੇ ਭੰਗੂੜੇ ਨੂੰ ਹਲੂਣਾ ਦੇ ਦਿੰਦੀ ਸੀ। ਕਾਬਲ ਕੰਧਾਰ ਦੇ ਵਿੱਚ ਬੱਚਾ ਰੋਂਦਾ ਹੋਇਆ ਚੁੱਪ ਕਰ ਜਾਂਦਾ ਸੀ। ਐਸੀਆਂ ਕਰਨੀ ਕਮਾਈ ਵਾਲੀਆਂ ਗੁਰਸਿੱਖ ਬੀਬੀਆਂ ਗੁਰੂ ਘਰ ਦੇ ਵਿੱਚ ਹੋਈਆਂ। ਸੋ ਉਹਨਾਂ ਬੀਬੀਆਂ ਨੂੰ ਸਤਿਗੁਰੂ ਨੇ ਪੀੜ੍ਹਿਆਂ ਦੀ ਬਖਸ਼ਿਸ਼ ਕੀਤੀ। ਪੀੜ੍ਹੇ, ਭਾਈਆਂ ਵਾਸਤੇ ਮੰਜੀ, ਬੀਬੀਆਂ ਵਾਸਤੇ ਪੀੜ੍ਹੇ। ਉਹ ਹੋਰ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਦੀਆਂ। ਅੱਜ ਵੀ ਬਹੁਤ ਸਾਰੀਆਂ ਬੀਬੀਆਂ ਜਿਨ੍ਹਾਂ ਦੇ ਉੱਤੇ ਬੜੀ ਕਿਰਪਾ ਹੁੰਦੀ ਆ, ਆਪ ਅੰਮ੍ਰਿਤਧਾਰੀ, ਦੂਜੀਆਂ ਬੀਬੀਆਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਕਰਨੀ। ਆਪ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਕਰਨੇ, ਸ਼ਬਦ ਜੋਟੀਆਂ ਵਿੱਚ ਗੁਰੂ ਕੀ ਬਾਣੀ ਦੇ ਪੜ੍ਹਨੇ, ਅਤੇ ਹੋਰ ਬੀਬੀਆਂ ਨੂੰ ਪ੍ਰੇਰਨਾ ਕਰਕੇ ਥਾਂ ਥਾਂ ਦੇ ਉੱਤੇ ਸੁਖਮਨੀ ਸੁਸਾਇਟੀਆਂ ਬਣੀਆਂ ਹੋਈਆਂ, ਬੀਬੀਆਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ। ਸੋ ਜਿਹੜੀਆਂ ਕਿਰਪਾ ਵਾਲੀਆਂ ਬੀਬੀਆਂ ਸਾਧ ਸੰਗਤ ਜੀ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਪੀੜ੍ਹੇ ਬਖਸ਼ਦੇ ਅਤੇ ਉਹ ਗੁਰੂ ਕੇ ਜਿਹੜੇ ਜ਼ਿੰਮੇਵਾਰ ਗੁਰਸਿੱਖ ਪਿਆਰੇ ਹੁੰਦੇ ਸਨ ਉਹਨਾਂ ਨੂੰ ਮੰਜੀ ਬਖਸ਼ਦੇ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਸਾਲਸਰਾਏ ਜੌਹਰੀ ਨੂੰ ਵੀ ਮੰਜੀ ਵਰਦਾਰ ਬਣਾ ਦਿੱਤਾ। ਸਾਰੇ ਨਗਰ ਦਾ ਪੂਜਣਯੋਗ ਸਤਿਕਾਰਯੋਗ ਬਣਾ ਦਿੱਤਾ। ਫਿਰ ਮੁਖੋਂ ਬਚਨ ਉਚਾਰੇ ਸਤਿਗੁਰੂ ਨੇ। ਸਤਿਗੁਰੂ ਕਹਿੰਦੇ ਸਾਲਸਰਾਏ ਜੌਹਰੀ ਸੁਣ ਲੈ, ਜਦੋਂ ਤੱਕ ਤੇਰੀ ਜ਼ਿੰਦਗੀ ਰਹੇਗੀ ਉਦੋਂ ਤੱਕ ਆ ਮੰਜੀ ਦੀ ਜ਼ਿੰਮੇਵਾਰੀ ਤੇਰੀ ਰਹੇਗੀ। ਪਰ ਕਹਿੰਦੇ ਜਦੋਂ ਤੂੰ ਚੜ੍ਹਾਈ ਕਰਨ ਲੱਗਿਆ ਨਾ, ਇਹ ਨਾ ਸੋਚੀ ਵੀ ਇਹ ਤਾਂ ਸਾਡੀ ਹੁਣ ਨਿੱਜੀ ਜਾਇਦਾਦ ਆ। ਆਪਣੀ ਸੰਤਤ ਔਲਾਦ ਨੂੰ ਇਹ ਮੰਜੀ ਦੇ ਉੱਤੇ ਨਹੀਂ ਬਿਠਾਉਣਾ। ਤੇਰੇ ਤੋਂ ਬਾਅਦ ਜਿਹੜਾ ਤੇਰਾ ਇਹ ਨੌਕਰ ਦਾਸ ਅਧਰਕਾ ਨਾ, ਇਹ ਮੰਜੀ ਦੇ ਉੱਤੇ ਬੈਠੇਗਾ, ਇਹ ਜ਼ਿੰਮੇਵਾਰੀ ਸੰਭਾਲੇਗਾ ਗੁਰਮਤਿ ਪ੍ਰਚਾਰ ਦੀ। ਤੇ ਤੂੰ ਖਿਆਲ ਰੱਖੀ ਹੋਰ ਕਿਸੇ ਨੂੰ ਇਹ ਅੱਗੇ ਮੰਜੀ ਨਹੀਂ ਬਖਸ਼ਣੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਤਾਂ ਪਹਿਲਾਂ ਵਿਚਾਰ ਸੀ, ਪੂਰਬਲਾ ਵਿਚਾਰ, ਕਿ ਇਹ ਮੰਜੀ ਦੇਣੀ ਹੀ ਇਸ ਨੂੰ ਹੈ। ਕਿਉਂਕਿ ਸਾਲਸਰਾਏ ਜੌਹਰੀ ਤੇਰੇ ਤੋਂ ਪਹਿਲਾਂ ਤੇਰੇ ਨੌਕਰ ਨੇ ਸਾਡੀ ਸ਼ਰਨ ਗਹੀ ਹੈ, ਸ਼ਰਨ ਦੇ ਵਿੱਚ ਆਇਆ ਹੈ। ਪਰ ਕਿਉਂਕਿ ਸੰਸਾਰ ਦੇ ਵਿੱਚ ਇਹ ਮਰਿਆਦਾ ਦੇ ਮੁਤਾਬਕ ਤੇਰਾ ਨੌਕਰ ਹੈ, ਤੂੰ ਇਹਦਾ ਮਾਲਕ ਹੈ, ਇਸ ਕਰਕੇ ਅਸੀਂ ਤੇਰਾ ਸਤਿਕਾਰ ਰੱਖਿਆ, ਤੈਨੂੰ ਮੰਜੀ ਤੇ ਵਿਰਾਜਮਾਨ ਕੀਤਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਭਾਈ ਸਾਲਸਰਾਏ ਤੇਰੀ ਉਮਰ ਵੀ ਹੁਣ ਥੋੜੀ ਰਹਿ ਗਈ ਹੈ। 2 ਸਾਲ, ਯੁੱਗ ਨਾਮ ਹੈ 2 ਦਾ, ਯੁੱਗ ਸਾਲ 2 ਸਾਲ ਤੇ 7 ਮਾਸ, 2 ਸਾਲ ਤੇ 7 ਮਹੀਨੇ ਤੇਰੀ ਉਮਰ ਬਾਕੀ ਰਹਿੰਦੀ ਹੈ। ਤੇਰਾ ਜਿਹੜਾ ਹਿਰਦਾ ਤੇਰਾ ਵੀ ਨਿਰਮਲ ਹੋ ਗਿਆ, ਪਰ ਜਿਹੜਾ ਤੇਰਾ ਦਾਸ ਆ ਨਾ, ਇਹ ਤਾਂ ਸ਼ਾਂਤ ਸਰੂਪ ਮਹਾਤਮਾ ਵਾਲਾ ਹਿਰਦਾ ਹੈ। ਇਸ ਦਾ ਹਰ ਪ੍ਰਕਾਰ ਦੀ ਈਰਖਾ ਤੋਂ ਰਹਿਤ ਹੈ। ਭਾਈ ਬਾਲਾ ਜੀ ਜਿਹੜੇ ਕਥਾ ਸੁਣਾ ਰਹੇ ਹੈ, ਕਹਿੰਦੇ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਮੁਕਤੀ ਦੇ ਦਾਤਾ ਜੀ, ਅੱਗੇ ਸੁਣੋ ਕਥਾ। ਮਹਾਰਾਜ ਮੈਂ ਵੀ ਉਸ ਵੇਲੇ ਕੋਲੇ ਸੀ, ਮੈਨੂੰ ਭਾਈ ਬਾਲੇ ਨੂੰ ਸਤਿਗੁਰੂ ਜੀ ਨੇ ਇਹ ਵਚਨ ਆਖੇ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਭਾਈ ਬਾਲਿਆ ਆਪਾਂ ਤਾਂ ਆਪਣੀਆਂ ਗੱਲਾਂ ਵਿੱਚ ਹੀ ਲੱਗੇ ਰਹੇ, ਮਰਦਾਨਾ ਤਾਂ ਬੜਾ ਭੁੱਖਾ ਹੈ, ਇਹਨੂੰ ਤਾਂ ਕੁਝ ਖਾਣ ਨੂੰ ਦੇ, ਜਿਹੜਾ ਸਾਲਸਰਾਏ ਜੌਹਰੀ ਲੈ ਕੇ ਆਇਆ ਇਹ ਤਾਂ ਰੱਜ ਲਏ। ਉਸ ਵੇਲੇ ਮੈਂ ਸਤਿਗੁਰੂ ਜੀ ਦੇ ਬਚਨ ਮੰਨ ਕੇ ਭਾਈ ਮਰਦਾਨੇ ਨੂੰ ਭੋਜਨ ਦਿੱਤਾ। ਬੜੇ ਮਿੱਠੇ ਸਵਾਦਲੇ ਭੋਜਨ ਹਨ।
ਭਾਇਓ ਬੜਾ ਲਾਲਚ ਕਰ ਕਰਕੇ ਮਨ ਭਾਉਂਦਾ ਭਾਈ ਮਰਦਾਨੇ ਨੇ ਛਕਿਆ ਤੇ ਪੂਰ ਉਧਰ ਢਿੱਡ ਭਰ ਲਿਆ ਪੂਰਾ ਐਨ ਗਲ ਤੱਕ ਵੀ ਪਤਾ ਨਹੀਂ ਹੁਣ ਗਾਂ ਭੋਜਨ ਮਿਲਣਾ ਕਿ ਨਹੀਂ, ਪਹਿਲਾਂ ਭੁੱਖਾ ਸੀ। ਇਸ ਕਰਕੇ ਭਾਈ ਮਰਦਾਨੇ ਨੇ ਐਨ ਪੂਰਾ ਰੱਜ ਕੇ ਭੋਜਨ ਛਕਿਆ। ਸੋ ਜਿਹੜਾ ਸ਼ਾਹੂਕਾਰ ਸਾਲਸਰਾਏ ਜੌਹਰੀ ਹੈ ਇਹ ਬੇਨਤੀ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਸਤਿਗੁਰੂ ਜੀ ਦੀ ਆਗਿਆ ਲੈ ਕੇ ਆਪਣੇ ਘਰ ਨੂੰ ਚਲਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕਿੰਨੇ ਹੀ ਦਿਨ ਹੋਰ ਇਸ ਬਿਸ਼ੰਬਰਪੁਰ ਨਗਰ ਪਟਨਾ ਸਾਹਿਬ ਦੇ ਵਿੱਚ ਬਿਰਾਜੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਣਾ ਕੀਤਾ, ਟਿਕਾਣਾ ਕੀਤਾ ਬਿਸ਼ੰਬਰਪੁਰ ਨਗਰ ਵਿੱਚ, ਪਟਨਾ ਸਾਹਿਬ ਨਗਰ ਦੇ ਵਿੱਚ। ਅਪਵਰਗ ਉਦਾਰਾ ਜਿਹੜੇ ਕੇਵਲ ਮੁਕਤੀ ਬਖਸ਼ਣ ਵਾਲੇ ਉਦਾਰ ਸ੍ਰੇਸ਼ਟ ਸਖੀ ਦਾਤੇ ਸਤਿਗੁਰੂ ਨਾਨਕ ਦੇਵ ਜੀ ਹਨ। ਸੋ ਇੱਥੇ ਇਸ ਅਧਿਆਏ ਦੀ ਪ੍ਰਸੰਗ ਦੀ ਸਮਾਪਤੀ ਹੈ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਣ। ਅਰਦਾਸ ਕਰਨੀ ਸਤਿਗੁਰੂ ਜੀ ਸੇਵਾ ਅਤੇ ਸਿਮਰਨ ਦੀ ਦਾਤ ਦੇ ਨਾਲ ਨਿਵਾਜਣ। ਆਓ ਹੁਣ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਇੱਥੇ ਵਿਚਾਰਾਂ ਨੂੰ ਵਿਸ਼ਰਾਮ ਦਿੰਦਾ ਹਾਂ। ਬੁਝਾਰਾ ਕੀਨ ਰਹਿਨ ਅਪਵਰਗ ਉਦਾਰਾ